ਤੁਸੀਂ ਆਈ ਥਿੰਕ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਹੋ ਜਿਹੜੇ ਮੁਆਵਜ਼ੇ ਦੇ ਸੰਬੰਧ ਵਿੱਚ। ਚੇਅਰਮੈਨ ਸਾਹਿਬ ਨੇ ਮੈਨੂੰ ਦੱਸਿਆ ਸੀ ਬਾਕੀ ਕੱਲ੍ਹ ਡੀਸੀ ਸਾਹਿਬ ਦਾ ਵੀ ਕਾਲ ਆਇਆ ਸੀ ਕਿ ਤੁਸੀਂ ਉਹਨਾਂ ਨੂੰ ਮਿਲੇ ਹੋ। ਵੈਸੇ ਤਾਂ ਮੇਰੇ ਕੋਈ ਯਾਦ ਨਹੀਂ ਕਿ ਤੁਹਾਡਾ ਕੋਈ ਲੋੜ ਹੀ ਨਹੀਂ ਸੀ ਉੱਥੇ ਜਾਣ ਦੀ। ਚਲੋ ਕੋਈ ਗੱਲ ਨਹੀਂ, ਦੱਸੋ ਹੁਣ ਕੀ ਐਪਲੀਕੇਸ਼ਨ ਹੈ ਤੁਹਾਨੂੰ ਮੁਆਵਜ਼ੇ ਦੇ ਸੰਬੰਧ ਵਿੱਚ ਜਾਂ ਕੀ ਹੈਗਾ? ਮੈਮ ਇਹਦੇ ਵਿੱਚ ਇੱਕ ਹੋਰ ਸਸਪੈਂਸ ਦੇ ਵਿੱਚ ਹੈਗੇ ਨੇ ਕਿਸਾਨ ਸਾਰੇ ਕਿ ਜਿਹੜਾ ਅਵਾਰਡ ਫਿਕਸ ਕਰਨਾ ਹੈ ਤੁਸੀਂ ਵੀ ਕਿਸ ਬੇਸ ਤੇ ਵੀ ਕਲੈਕਟਰੇਟ ਹੀ ਨਹੀਂ ਸਮਝ ਆ ਰਹੀ ਕਿ ਕਲੈਕਟਰੇਟ ਇਨ ਦਾ ਸੈਂਸ ਤੁਸੀਂ ਕਿਹਨੂੰ ਕਹਿੰਦੇ ਹੋ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅਜੇ 3D ਹੋਇਆ, ਠੀਕ ਹੈ। 9 ਸਾਡੇ ਕੋਲ 11 ਪਿੰਡ ਨੇ ਜਿਹੜੇ ਟੋਟਲ ਆਉਂਦੇ ਨੇ, ਉਹਦੇ ਚੋਂ 9 ਪਿੰਡਾਂ ਦਾ 3D ਹੋਇਆ। 2 ਪਿੰਡ ਨੇ ਜਿਨ੍ਹਾਂ ਦਾ ਕੀ ਅਸੀਂ ਦੁਬਾਰਾ ਕਰ ਰਹੇ ਕਿਉਂਕਿ ਉਹਨਾਂ ਦੀ ਅਲਾਈਨਮੈਂਟ ਚੇਂਜ ਹੋ ਗਈ ਸੀ। ਸੋ ਜਿਹੜੇ 9 ਪਿੰਡ ਦੇ 3D ਦੇ ਵਿੱਚ ਅਖਬਾਰ ਦੇ ਵਿੱਚ ਨਾਮ ਆ ਗਏ ਨੇ, ਪਹਿਲਾਂ ਤਾਂ ਤੁਹਾਨੂੰ ਉਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ, ਕਿਸੇ ਨੂੰ ਕੋਈ ਗਲਤੀ ਲੱਗਦੀ ਹੈ, ਕਿਸੇ ਨੂੰ ਆਪਣਾ ਏਰੀਆ ਦੇ ਵਿੱਚ ਕੋਈ ਗਲਤੀ ਲੱਗਦੀ ਹੈ, ਨਾਮ ਦੇ ਵਿੱਚ ਕੋਈ ਗਲਤੀ ਲੱਗਦੀ ਹੈ, ਸੋ ਤੁਸੀਂ ਉਹਦੀ ਜਿਹੜੀ ਐਪਲੀਕੇਸ਼ਨ ਹੈ ਉਹ ਮੇਰੇ ਆਫਿਸ ਵਿੱਚ ਪਹਿਲੀ ਗੱਲ ਤਾਂ ਦੇ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਅਖਬਾਰ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਨਾਮ ਆਏ ਨੇ, ਜਿਨ੍ਹਾਂ ਦੇ ਕੋਲ ਰਕਬਾ ਹੈ, ਉਹ ਚੈੱਕ ਕਰੋ ਕਿ ਉਹਦੇ ਵਿੱਚ ਕਿਸੇ ਦੀ, ਕਿਉਂਕਿ ਕਈ ਵਾਰੀ ਗਲਤੀ ਦੇ ਨਾਲ ਰਕਬਾ ਘੱਟ ਵੱਧ ਪੈ ਜਾਂਦਾ ਹੈ, ਨਾਮ ਕਿਸ ਦਾ ਛੁੱਟ ਜਾਂਦਾ ਹੈ। ਸੋ ਉਹ ਚੀਜ਼ ਸਭ ਤੋਂ ਪਹਿਲੀ ਇਸ ਟਾਈਮ ਤੇ ਚੈੱਕ ਕਰਨ ਵਾਲੀ ਤਾਂ ਉਹ ਚੀਜ਼ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਅਵਾਰਡ ਬਣਾਉਣਾ। ਉਹਦੇ ਲਈ ਹਾਲੇ ਅਸੀਂ ਲੱਗੇ ਹੋਏ ਹਾਂ, ਅਜੇ ਤਾਂ ਬਹੁਤ ਪ੍ਰੀਲਿਮਿਨਰੀ ਸਟੇਜ ਹੈ, ਉਹ ਮਹੀਨਾ 1.5 ਮਹੀਨਾ ਲੱਗੇਗਾ ਜਿਹਦੇ ਵਿੱਚ ਇਹ ਅਵਾਰਡ ਜਿਹੜਾ ਬਣਾਇਆ ਜਾਏਗਾ। ਦੇਖੋ ਜੋ ਨੈਸ਼ਨਲ ਹਾਈਵੇ ਐਕਟ ਦੀ ਗਾਈਡਲਾਈਨਸ ਨੇ, ਜੋ ਸਰਕਾਰ ਦੀਆਂ ਹਦਾਇਤਾਂ ਨੇ, ਉਹ ਇਹ ਜ਼ਰੂਰ ਕਹਿੰਦੀਆਂ ਨੇ ਕਿ ਕਲੈਕਟਰ ਰੇਟ ਜਿਹੜਾ ਹੁੰਦਾ ਹੈ, ਕਿਉਂਕਿ ਜਿਹੜਾ ਉਸ ਐਕਟ ਦੇ ਵਿੱਚ ਲਿਖਿਆ ਹੈ ਕਿ ਮਾਰਕੀਟ ਰੇਟ ਉਹ ਕਲੈਕਟਰ ਰੇਟ ਨੂੰ ਲੈਂਦੇ ਨੇ, ਕਿ ਕਲੈਕਟਰ ਰੇਟ ਜੋ ਉਸ ਪਿੰਡ ਦਾ ਹੈ ਉਸ ਦਾ ਦੁੱਗਣਾ ਜਿਹੜਾ ਹੈ ਉਹ ਦਿੱਤਾ ਜਾਏਗਾ, ਠੀਕ ਹੈ ਜੀ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਕਿਸਾਨ ਦਾ ਜਿਹੜਾ ਉਹਦਾ ਹੱਕ ਹੈ ਉਹ ਨਾ ਮਾਰਿਆ ਜਾਏ। ਜੋ ਹਦਾਇਤਾਂ ਦੇ ਵਿੱਚ ਮੈਕਸਿਮਮ ਬੈਨੀਫਿਟ ਮੈਂ ਦੇ ਸਕਦੀ ਹੋਵਾਂਗੀ ਉਹ ਮੈਂ ਜ਼ਰੂਰ ਦੇਵਾਂਗੀ, ਤੇ ਮੇਰੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਐਟਲੀਸਟ ਤੁਹਾਨੂੰ ਸਭ ਨੂੰ ਐਟਲੀਸਟ ਮਾਰਕੀਟ ਰੇਟ ਜਿਹੜਾ ਹੈ ਉਹ ਮਿਲੇ, ਠੀਕ ਹੈ ਜੀ। ਕਿਉਂਕਿ ਦੇਖੋ ਹਦਾਇਤਾਂ ਤੋਂ ਬਾਅਦ ਮੈਂ ਵੀ ਨਹੀਂ ਜਾ ਸਕਦੀ, ਬਾਕੀ ਇਹ ਕੋਈ ਫਾਈਨਲ ਨਹੀਂ ਹੁੰਦਾ ਕਿ ਜੋ ਮੈਂ ਕਹਿਤਾ ਉਹ ਹੀ ਫਾਈਨਲ ਹੈ। ਇਹਦੀ ਅਪੀਲਸ ਨੇ, ਤੁਸੀਂ ਅੱਗੇ ਵੀ ਇੱਥੇ ਸੜਕ ਅਕਵਾਇਰ ਹੋਈ ਹੈ, ਸੋ ਉਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹਦੀ ਕਮਿਸ਼ਨਰ ਦੇ ਕੋਲ ਅਪੀਲ ਪੈਂਦੀ ਹੈ ਕਿ ਜੇਕਰ ਜੋ ਮੈਂ ਰੇਟ ਤੁਹਾਨੂੰ ਫਿਕਸ ਕਰਕੇ ਦਿੰਦੀ ਹਾਂ ਤੁਹਾਨੂੰ ਨਹੀਂ ਜੇ ਉਹ ਗਵਾਰਾ, ਤੁਸੀਂ ਆ ਕੇ ਐਪਲੀਕੇਸ਼ਨ ਦੇ ਸਕਦੇ ਹੋ, ਤੁਹਾਡੇ ਪੈਸੇ ਕੋਰਟ 'ਚ ਜਮ੍ਹਾਂ ਹੋ ਜਾਣਗੇ ਤਾਂ ਤੁਸੀਂ ਆਪਣੀ ਅਪੀਲ ਕਮਿਸ਼ਨਰ ਸਾਹਿਬ ਕੋਲ ਪਾ ਸਕਦੇ ਹੋ। ਉੱਥੋਂ ਇਨਹੈਂਸਮੈਂਟ ਦਾ ਕੇਸ ਜਿਹੜਾ ਤੁਹਾਡਾ ਅੱਗੇ ਫਰਦਰ ਪਰਸਿਊ ਹੋ ਸਕਦਾ ਹੈ। ਸੋ ਇਹਦੇ ਵਿੱਚ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕਿ ਸਾਡੀ ਜ਼ਮੀਨ ਮਾਰੀ ਗਈ, ਸਾਨੂੰ ਪੈਸੇ ਨਹੀਂ ਮਿਲਣਗੇ, ਸਾਨੂੰ ਪਤਾ ਨਹੀਂ ਕੀ ਹੋ ਜਾਏਗਾ, ਇੱਦਾਂ ਦਾ ਕੁਝ ਨਹੀਂ ਹੈ, ਠੀਕ ਹੈ ਜੀ। ਸੋ ਪਹਿਲੀ ਗੱਲ ਤਾਂ ਮੈਂ ਹੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੀ ਕਿ ਤੁਹਾਡਾ ਜਿੰਨਾ ਮੈਕਸਿਮਮ ਬੈਨੀਫਿਟ ਹੋ ਸਕਦਾ ਹੈ ਉਹ ਮੈਂ ਕਰਨ ਦੀ ਕੋਸ਼ਿਸ਼ ਕਰਾਂਗੀ। ਮੇਰੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਤੁਹਾਡੇ ਤੋਂ ਕਿਸੇ ਨੂੰ ਵੀ ਕੋਟਾ ਦੇ ਚੱਕਰ ਨਾ ਕੱਟਣੇ ਪੈਣ, ਕਿਉਂਕਿ ਮੈਂ ਸਮਝਦੀ ਹਾਂ ਕਿ ਉਹਦੇ 'ਚ ਵੀ ਹਰਾਸਮੈਂਟ ਹੁੰਦੀ ਹੈ, 2-3 ਸਾਲ ਬੰਦਾ ਕੇਸ ਲੜਦਾ ਰਹਿੰਦਾ ਹੈ। ਸੋ ਜੋ ਤੁਹਾਨੂੰ ਇਨਸਾਫ ਇੱਥੋਂ ਜੇ ਪਹਿਲਾਂ ਮਿਲ ਜਾਂਦਾ ਹੈ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਪਰ ਫਿਰ ਵੀ ਜੇ ਤੁਸੀਂ ਮੇਰੇ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਹਾਡੇ ਕੋਲ ਹੱਲ ਹੈਗਾ ਕਿ ਤੁਸੀਂ ਅੱਗੇ ਅਪੀਲ ਪਾ ਸਕਦੇ ਹੋ। ਅਪੀਲ ਦੇ ਵਿੱਚ ਇਨਹੈਂਸਮੈਂਟ ਦਾ ਕੇਸ ਪਾ ਸਕਦੇ ਹੋ, ਉੱਥੋਂ ਮੋਸਟਲੀ ਕਈ ਵਾਰੀ ਇਨਹੈਂਸ ਹੋ ਵੀ ਜਾਂਦੀ ਹੈ। ਉਹਦੇ ਵਿੱਚ ਮੈਮ ਜਦੋਂ ਪਟਿਆਲਾ ਲਾਸਟ ਟਾਈਮ ਜਦੋਂ ਐਕਵਾਇਰ ਹੋਇਆ ਸੀ ਲੈਂਡ ਤੇ ਉਹਦੇ ਵਿੱਚ ਪਟਿਆਲਾ ਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਰੇਟਸ ਦਾ ਕਾਫੀ ਡਿਫਰੈਂਸ ਸੀਗਾ, ਤੇ ਉਹਦੇ ਕਰਕੇ ਇਹ ਕਿਸਾਨ ਥੋੜੇ ਮੁੱਦਾਂ 'ਚ ਫਸੇ ਹੋਏ ਨੇ ਜ਼ਿਆਦਾ। ਮੇਨ ਵੱਡਾ ਦੇਖੋ ਮੇਰੇ ਅਵਾਰਡ ਸੁਣਾਉਣ ਤੋਂ ਪਹਿਲਾਂ ਸੰਗਰੂਰ ਦਾ ਅਵਾਰਡ ਸੁਣਾਇਆ ਜਾਏਗਾ, ਫਿਰ ਬਾਅਦ ਸੰਗਰੂਰ ਜਿਹੜੇ ਨੇੜੇ ਦੇ ਨੇ ਉੱਥੋਂ ਉੱਥੇ ਅਵਾਰਡ ਹੋਰ ਹੋ ਸਕਦਾ 15-20 ਦਿਨ ਦੇ ਵਿੱਚ ਆ ਜਾਏਗਾ, ਠੀਕ ਹੈ। ਸੋ ਇੱਕ ਤਾਂ ਤੁਹਾਨੂੰ ਰਫ ਆਈਡੀਆ ਉੱਥੋਂ ਹੋ ਜਾਏਗਾ ਕਿ ਕੀ ਉੱਥੇ ਦਿੱਤਾ ਜਾ ਰਿਹਾ। ਬਾਕੀ ਇਹਦੇ ਵਿੱਚ ਕੰਪੈਰੀਜ਼ਨ ਨਹੀਂ ਹੁੰਦਾ। ਲੋਕੀ ਪਿਛਲੀ ਵਾਰੀ ਵੀ ਕਾਫੀ ਹੀ ਰੌਲਾ ਪਿਆ ਸੀ, ਦਿੜਵਾ ਰੇਟ ਵੱਧ ਸੀ, ਦੁਗਾਲ ਸੰਗਰੂਰ ਦੇ ਰੋਡ ਦੇ ਜਿਹੜੇ ਨੇ ਉੱਥੇ ਰੇਟ ਘੱਟ ਸੀ ਬਹੁਤ, ਕਿਉਂਕਿ ਹਰ ਐਸਡੀਐਮ ਦੀ ਆਪਣੀ ਸ਼ਬਦ ਹੈ, ਹਰ ਐਸਡੀਐਮ ਦੀ ਆਪਣੀ ਸੋਚ ਹੈ। ਹੋ ਸਕਦਾ ਮੈਂ ਉਸ ਤੋਂ ਵੱਧ ਦੇ ਰਹਾ, ਹੋ ਸਕਦਾ ਮੈਂ ਉਸ ਤੋਂ ਘੱਟ ਦੇ ਰਹਾ। ਸੋ ਇਹਦੇ ਵਿੱਚ ਇਹ ਕੋਈ ਕੰਪੈਰੀਜ਼ਨ ਨਹੀਂ ਹੁੰਦਾ। ਹਰ ਐਸਡੀਐਮ ਨੇ ਆਪਣੀ ਪਾਵਰ ਆਪਣੇ ਤਰੀਕੇ ਨਾਲ ਯੂਜ਼ ਕਰਨੀ ਹੁੰਦੀ ਹੈ ਕਿ ਕੋਈ ਰਿਸਕ ਲੈਂਦਾ, ਕੋਈ ਨਹੀਂ ਲੈਂਦਾ, ਕਿਸ ਤਰੀਕੇ ਨਾਲ ਉਹ ਕੰਮ ਕਰਦਾ, ਠੀਕ ਹੈ। ਸੋ ਇਸ ਕਰਕੇ ਇਹਦੇ 'ਚ ਇਹ ਫਸਣਾ ਕਿ ਉੱਥੇ ਇੰਨਾ ਮਿਲ ਗਿਆ ਸਾਨੂੰ ਇੰਨਾ ਨਹੀਂ ਮਿਲਿਆ, ਜਾਂ ਉੱਥੇ ਵੱਧ ਮਿਲ ਗਿਆ ਇੱਥੇ ਘੱਟ ਮਿਲ ਗਿਆ, ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਇਹ ਅਪੀਲੇਬਲ ਆਰਡਰ ਹੈ। ਜੇ ਮੇਰੇ ਤੋਂ ਅਵਾਰਡ ਤੋਂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ ਤੁਸੀਂ ਡੈਫੀਨਿਟਲੀ ਅੱਗੇ ਅਪੀਲ ਪਾ ਸਕਦੇ ਹੋ। ਬਾਕੀ ਜਿਹੜਾ ਇਹ ਫੈਕਟਰ ਹੈ ਫੈਕਟਰੀ ਦਾ ਇਹ ਸਟੇਟ ਗਵਰਨਮੈਂਟ ਲਾਉਂਦੀ ਹੈ ਹਰ ਸਾਲ, ਇਹ ਆਪਣੇ ਦੋਹਰੀ ਹੋ ਸਕਦਾ ਹੈ ਨਹੀਂ। ਸਟੇਟ ਗਵਰਨਮੈਂਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਰਿਆਂ ਦੇ ਲਈ ਫਿਕਸ ਫੈਕਟਰ ਹੈ ਇੱਕ ਦਾ, ਠੀਕ ਹੈ ਜੀ। 1.25 ਦਾ ਜਿਹੜਾ ਫੈਕਟਰ ਹੈ ਉਹ ਉਸ ਪਿੰਡ 'ਚ ਲੱਗਦਾ ਹੈ ਜਿਹੜਾ ਕਿ ਕਮੇਟੀ ਦੀ ਹਦੂਦ ਤੋਂ 10 ਕਿਲੋਮੀਟਰ ਬਾਹਰ ਹੋਵੇ, ਕਿਸੇ ਵੀ ਕਮੇਟੀ ਦੀ ਹਦੂਦ ਤੋਂ। ਇਹੋ ਜਿਹਾ ਆਪਣੇ ਕੋਈ ਵੀ ਪਿੰਡ ਨਹੀਂ ਹੈ ਜਿਹਦੀ ਨੇੜੇ ਦੀ ਕੋਈ ਕਮੇਟੀ ਦੀ ਹਦੂਦ
10 ਕਿਲੋਮੀਟਰ ਦੇ ਲਿਮਿਟ ਦੇ ਵਿੱਚ ਆਈ ਜਾਂਦੇ ਨੇ ਪਿੰਡ। ਸੋ ਇਸ ਕਰਕੇ ਆਪਣੇ ਇੱਥੇ ਜਿਹੜਾ ਫੈਕਟਰ ਹੈ ਉਹ ਬੰਦ ਹੈ, ਠੀਕ ਹੈ ਜੀ। ਸੋ ਜੋ ਤੁਹਾਡਾ ਰੇਟ ਡਿਟਰਮਿਨ ਹੋਏਗਾ ਮਲਟੀਪਲਾਈ ਬਾਈ ਫੈਕਟਰ 1 ਹੈ ਇੱਥੇ, ਉਹਨੂੰ 100% ਸੋਲੂਸ਼ਨ ਦਿੱਤਾ ਜਾਂਦਾ ਹੈ, ਯਾਨੀ ਕਿ ਉਹ ਡਬਲ ਹੋ ਜਾਂਦਾ ਹੈ। ਜੇ 20 ਲੱਖ ਰੁਪਏ ਕਿੱਲਾ ਹੈ ਤਾਂ ਤੁਹਾਨੂੰ ਡਬਲ ਹੋ ਕੇ 40 ਲੱਖ ਰੁਪਏ। ਕੁਝ ਇਹ ਵੀ ਜਿਹੜੀ ਰਿਊਮਰਸ ਮੈਨੂੰ ਬਹੁਤ ਸੁਣਨ ਨੂੰ ਮਿਲ ਰਹੀਆਂ ਕਿ ਲੋਕਾਂ ਨੂੰ ਪਤਾ ਨਹੀਂ ਵਹਿਮ ਹੋਇਆ ਪਿਆ 4 ਗੁਣਾ ਪੈਸੇ ਮਿਲਨੇ ਨੇ। ਸੋ ਉਹਦੇ ਬਾਰੇ ਵੀ ਮੈਂ ਕਲੈਰੀਫਾਈ ਕਰ ਰਹੀ ਹਾਂ ਕਿ 4 ਗੁਣਾ ਵਾਲੀ ਜਿਹੜੀ ਚੀਜ਼ ਹੈ ਉਹ ਨਹੀਂ ਹੈਗੀ, ਆਪਣੇ ਇੱਥੇ ਫੈਕਟਰ ਨਹੀਂ ਲੱਗਦਾ, ਠੀਕ ਹੈ ਜੀ। ਸੋ ਆਪਣਾ ਉਹ ਫੈਕਟਰ ਸਿਰਫ ਉਹ ਪਿੰਡ ਨੇ ਜਿਹੜੇ ਬਹੁਤ ਹੀ ਕੋਈ ਕਿਸੇ ਜਗ੍ਹਾ ਤੇ ਰਿਮੋਟ ਪਿੰਡ ਹੈ ਜਿਹੜਾ 10 ਕਿਲੋਮੀਟਰ ਦੀ ਹਦੂਦ 'ਚ ਨਹੀਂ ਆਉਂਦਾ। ਆਪਣੇ ਇੱਥੇ ਪਾਤਰਾਂ ਦੀ ਕਮੇਟੀ ਹੈ, ਉਸ ਤੋਂ ਬਾਅਦ ਖਨੌਰੀ ਦੀ ਆ ਜਾਂਦੀ ਹੈ। ਸੋ ਕਈ ਪਿੰਡ ਖਨੌਰੀ ਵਾਲੀ ਲਿਮਿਟ ਦੇ ਵਿੱਚ ਕਵਰ ਹੋ ਜਾਂਦੇ ਨੇ। ਬਰਾਸ ਕਟੇਜੀ ਤੇ ਗਲਾਸ ਦੇ ਅਸ ਉਹ ਅੱਗੇ ਵੀ ਆ ਜਾਏਗੀ। मैडम रिस्पॉन्स करना पर कमेटी पे 10 किलोमीटर के अंदर पूछना और रेट भी तो कमेटी के अंदर वाला चुके हैं ना। ਨਹੀਂ ਦੇਖੋ, ਜਿਹੜਾ ਪਿੰਡ ਦਾ ਰੇਟ ਹੈ ਜਦੋਂ ਕਲੈਕਟਰ ਰੇਟ ਡਿਟਰਮਿਨ ਹੁੰਦੇ ਨੇ ਤਾਂ ਚਾਹੀਏ ਕਮਰਸ਼ੀਅਲ ਹੈ, ਰੈਜ਼ੀਡੈਂਸ਼ੀਅਲ ਗੈਰ ਮੁਮਕਿਨ ਰੇਟ ਲੱਗਦੇ ਨੇ, ਠੀਕ ਹੈ ਜੀ। ਸੋ ਜਿਨ੍ਹਾਂ ਨੇ CLU ਜੇ ਕਿਸੇ ਦਾ ਹੋਇਆ ਹੈ, ਸੋ CLU ਦੇ ਬੇਸ ਤੇ ਉਹਨਾਂ ਨੂੰ ਕਮਰਸ਼ੀਅਲ ਰੇਟ ਦਿੱਤਾ ਜਾਂਦਾ ਹੈ। ਲੇਕਿਨ ਆਪਣੇ ਇੱਥੇ CLU ਵੀ ਨਹੀਂ, ਜਿੱਥੇ CLU ਨਹੀਂ ਹੈਗਾ, ਜੇ ਤੁਹਾਡੀ ਜ਼ਮੀਨ ਦੀ ਕਿਸਮ ਚਾਹੀ ਹੈ ਤਾਂ ਤੁਹਾਨੂੰ ਚਾਹੀਦਾ ਮੈਡਮ CLU ਮੰਨ ਲਓ ਕਿਸੇ ਜ਼ਮੀਨਦਾਰ ਦਾ ਲੱਗਿਆ ਹੋਵੇ ਤਾਂ ਸਾਰੇ ਪਿੰਡ ਨੂੰ ਕਿ ਜਿੱਥੇ CLU ਲੱਗਿਆ ਹੋਵੇ ਉੱਥੇ ਸਿਰਫ ਜਿੰਨੇ, ਜੇ ਸਪੋਜ਼ ਕਿਸੇ ਨੇ ਉੱਥੇ ਆਪਣੀ ਫੈਕਟਰੀ ਕੋ ਲਾਈ ਹੋਈ ਹੈ, ਫੈਕਟਰੀ ਲਾਉਣ ਤੋਂ ਪਹਿਲਾਂ ਉਹਨੇ CLU ਕਰਾ ਲਿਆ, ਉਹ ਵੀ CLU ਜਿਹੜੀ ਸਾਡੀ ਨੋਟੀਫਿਕੇਸ਼ਨ ਹੋਈ ਹੈ 5 ਮਈ ਨੂੰ ਆਈ ਥਿੰਕ ਹੋਈ ਹੈ। ਸੋ 5 ਮਈ ਤੋਂ ਪਹਿਲਾਂ ਜੇ ਉਹਨੇ CLU ਕਰਾ ਲਿਆ ਹੋਇਆ ਹੈ, ਸਿਰਫ ਉਹਨਾਂ ਦੀ ਹੀ CLU ਕੰਸੀਡਰ ਹੋਏਗੀ। ਜੇ ਉਸ ਤੋਂ ਬਾਅਦ ਵੀ ਕਿਸੇ ਨੇ CLU ਕਰਾਇਆ ਹੋਇਆ, ਕਿਉਂਕਿ 5 ਮਈ ਤੋਂ ਬਾਅਦ ਜ਼ਮੀਨ ਦੇ ਉੱਤੇ ਰੋਕ ਲੱਗ ਜਾਂਦੀ ਹੈ, ਨਾ ਤਾਂ ਉੱਥੇ ਕਿਸੇ ਤਰ੍ਹਾਂ ਦਾ ਤਬਾਦਲਾ ਹੋ ਸਕਦਾ, ਨਾ ਹੀ ਕੋਈ ਇੰਤਕਾਲ ਹੋ ਸਕਦਾ, ਨਾ ਹੀ ਉਹ ਵੇਚ ਸਕਦੀ ਹੈ। ਸੋ CLU ਉਸੇ ਪਾਰਟਿਕੂਲਰ ਖਸਰਾ ਨੰਬਰ ਦਾ ਜੇ ਉਹਨੇ ਕਰਾਇਆ ਆਪਣੀ ਕੋਈ ਫੈਕਟਰੀ ਲਾਉਣ ਪਿੱਛੇ ਜਾਂ ਕਿਸੇ ਵੀ ਕੰਮ ਪਿੱਛੇ, ਕਮਰਸ਼ੀਅਲ ਪਿੱਛੇ, ਤਾਂ ਉਸ ਖਸਰੇ ਨੰਬਰ ਨੂੰ ਹੀ ਕੰਸੀਡਰ ਹੋਏਗਾ। ਇਹ ਨਹੀਂ ਕਿ ਉਹਦੇ ਇੱਕ CLU ਦੇ ਬੇਸ ਤੇ ਪੂਰਾ ਪਿੰਡ ਕਵਰ ਨਹੀਂ ਹੋਏਗਾ। मैडम एक हो दिक्कत थोड़ी किसानों में आ रही है कि जिਵੇਂ रोड लग गया कई ਜ਼ਮੀਨਾਂ ਦੀ ਦੋਨਾਂ ਸਾਈਡਾਂ ਤੇ ਜ਼ਮੀਨ ਬਚੀ ਰਸਤਾ ਤਾਂ ਇੱਕ ਸਾਈਡ। ਦੇਖੋ ਜੀ, ਉਹਦੇ ਚ ਸਰਵੇਲੈਂਸ ਅਲਾਉਂਸ ਹੁੰਦਾ ਹੈ, ਠੀਕ ਹੈ ਜੀ। ਉਹਦੀ ਅਸੀਂ ਹਦਾਇਤਾਂ ਕੁਝ ਮੰਗਾ ਵੀ ਰਹੇ ਹਾਂ, ਐਗਜ਼ੈਕਟ ਕਲੈਰੀਫਿਕੇਸ਼ਨ। ਲੇਕਿਨ ਜਿੱਥੋਂ ਤੱਕ ਹੁਣ ਤੱਕ ਮੈਨੂੰ ਪਤਾ ਲੱਗਿਆ ਕਿ 2 ਕਿੱਲੇ ਦਾ ਹੁੰਦਾ ਹੈ ਕਿ ਜੇਕਰ ਕਿਸੇ ਦੀ ਇੱਕ ਪਾਸੇ ਜ਼ਮੀਨ ਫਾੜ ਹੋ ਗਈ, ਇੱਕ ਪਾਸੇ ਸਿਰਫ ਉਹਦੇ 2 ਕਿੱਲੇ ਬਚ ਗਏ, ਤਾਂ ਉਹਨੂੰ ਸਰਵੇਲੈਂਸ ਅਲਾਉਂਸ ਅਸੀਂ ਦੇ ਸਕਦੇ ਹਾਂ। ਉਹਦੇ ਲਈ ਜਦ ਅਵਾਰਡ ਅਸੀਂ ਬਣਾਵਾਂਗੇ, ਆਬਜੈਕਸ਼ਨ ਸਾਡੇ ਕੋਲ ਆਲਰੇਡੀ ਆ ਚੁੱਕੇ ਨੇ, ਕਈਆਂ ਨੇ ਆਬਜੈਕਸ਼ਨ ਸਾਨੂੰ ਆਲਰੇਡੀ ਦੇ ਦਿੱਤੇ ਨੇ ਕਿ ਸਾਡੀ ਮੇਰੀ ਜ਼ਮੀਨ 2 ਫਾੜ ਹੋ ਰਹੀ ਹੈ। ਪਰ ਉਹਦੇ 'ਚ ਇਹ ਚੀਜ਼ ਧਿਆਨ ਰੱਖੋ, ਜੇ ਤਾਂ ਕਿਸੇ ਦੀ ਸਾਂਝੀ ਖੇਵਟ ਹੈ, ਸਾਂਝੀ ਖੇਵਟ 'ਚ 4 ਭਰਾ ਨੇ, ਉਹਨਾਂ ਦੇ ਸਾਰਿਆਂ ਦੇ ਖਸਰਾ ਨੰਬਰ ਹੈ, ਉਹਦੇ ਵਿੱਚੋਂ ਚਲੋ ਸੜਕ ਨਿਕਲ ਗਈ, ਉਹਦੇ 'ਚ ਸਰਵੇਲੈਂਸ ਇਸ ਕਰਕੇ ਨਹੀਂ ਮੰਨਦੇ ਕਿਉਂਕਿ ਉਹ 'ਚ ਕਿਸੇ ਦਾ ਪਾਰਟਿਕੂਲਰ ਇੱਕ ਨੰਬਰ ਨਹੀਂ ਹੁੰਦਾ, ਹਿੱਸਾ ਹੁੰਦਾ ਹੈ, ਬੰਦਾ ਹਿੱਸੇ 'ਚ ਉੱਥੇ ਬੈਠਾ। ਸੋ ਜੇ ਕਿਸੇ ਦਾ ਇਕੱਲੇ ਦਾ ਨੰਬਰ ਹੈ, ਇਕੱਲੇ ਦਾ ਨੰਬਰ ਆ ਗਿਆ ਕਿਸੇ ਦਾ, ਉਹਦੇ ਕੋਈ 6 ਕਨਾਲ ਬਚ ਗਈ, 4 ਕਨਾਲ ਬਚ ਗਈ, ਇਦਾਂ ਦੀ ਉਹਦੀ ਟੋਟਾ ਜ਼ਮੀਨ ਦਾ ਬਚ ਗਿਆ ਜਿਹੜਾ ਕਿ ਹੁਣ ਉਹਦੇ ਲਈ ਉਹਨਾਂ ਯੂਜ਼ੇਬਲ ਨਹੀਂ ਹੈ, ਸੋ ਉਹਦੇ ਲਈ ਉਹ ਸਰਵੇਲੈਂਸ ਅਲਾਉਂਸ ਜਿਹੜਾ ਬੰਦਾ ਕਲੇਮ ਕਰ ਸਕਦਾ। ਨਹੀਂ ਮੈਡਮ ਮੇਰੀ ਕਹਿਣ ਦਾ ਮਤਲਬ ਇਹ ਸੀਗਾ ਕਿ ਰਸਤਾ ਮੰਨ ਲਓ ਇੱਕ ਸਾਈਡ ਤੇ ਰਸਤਾ ਲੱਗਿਆ ਹੋਇਆ, ਜਿਹੜੀ ਦੂਸਰੀ ਸਾਈਡ ਜ਼ਮੀਨ ਰਹੇਗੀ, ਉਹਨੂੰ ਰਸਤੇ ਲੰਘਣ ਨੂੰ ਕੋਈ ਕਿੱਥੋਂ ਆਏਗਾ ਜੀ? ਦੇਖੋ ਉਹਦੇ ਲਈ ਜਿਹੜੀ ਇਹਨਾਂ ਦੀ ਅਲਾਈਨਮੈਂਟ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਪੁਆਇੰਟਸ ਛੱਡੇ ਹੋਏ ਨੇ। ਪੁਆਇੰਟ ਤਾਂ ਛੱਡੇ ਨੇ ਮੈਡਮ, ਪੁਆਇੰਟ ਤਾਂ ਛੱਡਦੇ ਸਰਵਿਸ ਰੋਡ ਦੇ ਰਹੇ ਨਹੀਂ ਤਾਂ ਇਹਨਾਂ ਦਾ ਕਹਿਣਾ ਮਤਲਬ ਕਿ ਦੋਨਾਂ ਸਾਈਡਾਂ ਤੇ ਸਰਵਿਸ ਰੋਡ ਦੇ ਰਹੇ ਸਰਵਿਸ ਰੋਡ ਜਿਹੜੀ ਹੈ ਅਜੇ ਤਾਂ ਨਹੀਂ, ਕਿਉਂਕਿ ਜਿਹੜੇ ਇਹਨਾਂ ਨੇ ਆਲਰੇਡੀ ਰਸਤੇ ਚੱਲ ਰਹੇ ਨੇ, ਜੋ ਰਿਕਾਰਡ ਦੇ ਵਿੱਚ ਰਸਤੇ ਚੱਲ ਰਹੇ ਨੇ, ਉਹ ਰਸਤੇ ਨਹੀਂ ਅਕਵਾਇਰ ਕੀਤੇ, ਉਹ ਰਸਤੇ ਅਕਵਾਇਰ ਨਹੀਂ ਹੋਣਗੇ, ਉਹ ਰਸਤੇ ਉਹਨੂੰ ਚਾਲੂ ਰੱਖਣਗੇ। ਮੈਨੂੰ ਉਹ ਰਸਤੇ ਚਾਲੂ ਰੱਖ ਕੇ ਵੀ ਜ਼ਿਮੀਦਾਰ ਨੂੰ ਦਿੱਕਤ ਹੋਣੀ, ਪਲੀਜ਼ ਇਹ ਸਾਡਾ ਨੋਟ ਕੀਤਾ ਜਾਵੇ। ਰਸਤਿਆਂ ਦੀ ਬੜੀ ਵੱਡੀ ਦਿੱਕਤ ਆਉਣੀ ਹੈ। ਚਲੋ ਇਹ ਆਲਰੇਡੀ ਅਸੀਂ ਸਾਡੇ ਕੋਲ ਆਬਜੈਕਸ਼ਨ ਆਏ ਹੋਏ ਨੇ, ਤੇ ਆਲਰੇਡੀ ਅਸੀਂ ਹਾਈਵੇ ਵਾਲਿਆਂ ਨਾਲ ਟੇਕ ਅਪ ਕਰ ਰਹੇ ਹਾਂ। ਸੋ ਉਹਨਾਂ ਦੇ ਦੱਸਣ ਮੁਤਾਬਕ ਕਿ ਜਿਹੜੇ ਰਸਤੇ ਆਲਰੇਡੀ ਜਿਵੇਂ ਖੇਤ ਨੂੰ ਅੱਗੇ ਉਹਦਾ ਰਸਤਾ ਚੱਲਦਾ ਸੀ, ਉਹ ਰਸਤਾ ਉਹ ਨਹੀਂ ਲੈਣਗੇ, ਉਹ ਰਸਤੇ ਛੱਡਣਗੇ। ਜਿਹੜੇ ਰਿਕਾਰਡ ਦੇ ਵਿੱਚ ਰਸਤੇ ਬੋਲਦੇ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਹੈਗੇ ਨੇ, ਉਹ ਉੱਥੇ ਚਾਲੂ ਰਹਿਣਗੇ। ਮੈਂ ਰਸਤੇ ਦਾ ਚੱਲ ਹੋਏਗਾ ਨਾ ਜੀ, ਜਦੋਂ ਉਹਦੀ ਜ਼ਮੀਨ ਖਤਮ ਹੋਈ ਹੈ ਤਾਂ ਉਸ ਤੋਂ ਰਹਿਣਾ ਜਾ ਰਿਹਾ ਹੈ, ਉਹਦੀ ਜ਼ਮੀਨ ਖਤਮ, ਕਿਸੇ ਨੇ ਆਪਣੀ ਜ਼ਮੀਨ ਤੋਂ ਲੰਘਣ ਨਹੀਂ ਨਾ ਦੇਣਾ। ਦੂਜੇ ਪਾਸੇ ਵਾਲੇ ਨੂੰ ਲੰਘਣ ਨਹੀਂ ਦੇਣਾ। ਉਹ ਅਸੀਂ ਆਲਰੇਡੀ ਉਹਨਾਂ ਨਾਲ ਟੇਕ ਅਪ ਕਰ ਰਹੇ ਹਾਂ। ਇਹ ਪੁਆਇੰਟ ਅਸੀਂ ਉਹਨਾਂ ਨੂੰ ਲਿਖ ਕੇ ਵੀ ਭੇਜਿਆ ਹੋਇਆ। ਦੋਨਾਂ ਸਾਈਡਾਂ ਦੇ ਸਰਵਿਸ ਰੋਡ ਇਹ ਵਾਲਾ ਇੱਕ ਡਰੇਨੇਜ ਦਾ ਇਸ਼ੂ ਇੱਥੇ ਕਾਫੀ ਵੱਡਾ ਸੀ, ਬੜਾ ਵੱਡਾ ਜਿਹੜਾ ਪਾਣੀ ਜਿਹੜੀ ਹੈ ਪਾਣੀ ਦਾ ਉਹਦੇ ਵੀ ਅਸੀਂ ਮੈਂ ਰਿਟਨ ਦੇ ਵਿੱਚ ਉਹਨਾਂ ਨੂੰ ਚਿੱਠੀ ਭੇਜੀ ਹੋਈ ਹੈ ਕਿ ਇੱਥੇ ਕਿਉਂਕਿ ਇਹ ਸਾਰੇ ਪਿੰਡ ਇੱਥੇ ਬਿਮਾਰ ਪੈਂਦੀ ਹੈ, ਫਲੱਡ ਪ੍ਰੋਨ ਏਰੀਆ, ਇਸ ਕਰਕੇ ਇੱਥੇ ਡਰੇਨੇਜ ਦਾ ਪ੍ਰੋਪਰ ਅਰੇਂਜਮੈਂਟ ਜਿਹੜਾ ਰੱਖਿਆ ਜਾਏ ਤਾਂ ਕਿ ਕਿਸੇ ਦੇ ਵੀ ਫਸਲ ਖੇਤ ਦੇ ਵਿੱਚ ਪਾਣੀ ਨਾ ਰੋਕੇ। ਸੋ ਉਹ ਵੀ ਅਸੀਂ ਉਹਨਾਂ ਨੂੰ ਰਿਟਨ ਦੇ ਵਿੱਚ ਭੇਜਿਆ ਹੋਇਆ। ਅਸੀਂ ਇਹਦਾ ਸਰਵਿਸ ਦਾ ਬਾਹਰ ਸਰਵਿਸ ਰੋਡ ਵੀ ਇਧਰ ਥੋੜਾ ਸੈਕਟਰ ਭੇਜਿਆ ਹੋਇਆ ਸੀ ਉਹਨੂੰ ਲਿਖ ਕੇ ਕਿ ਇਹਦਾ ਜਿਵੇਂ ਉਹਨਾਂ ਨੂੰ ਮਤਲਬ ਉਹਨਾਂ ਨੇ ਫਿਲਹਾਲ ਦੀ
ਚਾਲੂ ਰਸਤੇ ਹੈਗੇ ਨੇ ਉਹ ਬੰਦ ਨਹੀਂ ਹੋਣਗੇ, ਉਹ ਐਕਵਾਇਰ ਨਹੀਂ ਕਰਨਗੇ। ਉਹ ਜਿਹੜੇ ਖੇਤ ਦੇ ਨਾਲ ਕੋਈ ਰਸਤਾ ਹੈ ਚੱਲਦੀ ਉਹ ਉਹਦਾ ਹੀ ਚੱਲਦੀ ਜਿਹੜੀ ਉਹ ਚੱਲਦੀ ਰਹੇਗੀ। ਉਹਦੇ ਨਾਲ ਸਾਈਡ ਵਾਲੀ ਜ਼ਮੀਨ ਦਾ ਤਾਂ ਰੁਕਿਆ ਨਾ ਰਸਤਾ। ਅਗਰ ਤੁਸੀਂ ਵੀ ਜਾਣਦੇ ਹੋ ਇੱਕ ਵਾਰ ਕਈਆਂ ਦੇ ਮਕਾਨ ਹੋਣ ਸਪੋਜ਼ ਕਰ ਲਓ ਮੇਰਾ ਨਹੀਂ ਬਹੁਤ ਹੋਰ ਨਹੀਂ ਅੱਧਾ ਆ ਜਾਂਦਾ ਕਿ ਉਹ ਅੱਧੇ ਦੇ ਪੈਸੇ ਦਿੱਤੇ ਆ। ਜਿੰਨਾ ਉਹਦਾ ਸਟਰਕਚਰ ਜਾਏਗਾ ਉਹਨੇ ਸਟਰਕਚਰ ਦੀ ਅਸੀਂ ਅਸੈਸਮੈਂਟ ਕਰਾਵਾਂਗੇ PWD ਤੋਂ। ਮੈਂ ਮੰਨ ਲਓ ਕੋਠੀ ਦੇ ਵਿੱਚ ਦੀ ਲੱਗ ਜਾਂਦਾ ਉਹ ਤਾਂ ਸਾਰੀ ਐ ਤਾਂ ਨਹੀਂ ਹੈਗਾ, ਬਹੁਤ ਘੱਟ ਇਦਾਂ ਦਾ ਕੋਈ ਚਾਂਸ ਹੋਣਾ ਬੜੇ ਸ਼ੈਡ ਵਿੱਚ ਦੱਸਦਾ ਆ ਗਿਆ ਉਹਦੇ ਵਿੱਚ ਜਿੰਨਾ ਸਟਰਕਚਰ ਉਹਦਾ ਲਾਸ ਹੋਏਗਾ ਉਹਨੇ ਸਟਰਕਚਰ ਦੇ ਉਹ ਪੈਸੇ ਜਿਹੜੇ ਉਹ ਦਿੱਤੇ ਜਾਣਗੇ। ਜੇ ਕਿਸੇ ਦਾ ਕੋਈ ਟਿਊਬਵੈਲ ਜਾਂਦਾ ਹੈ, ਕੋਈ ਕੋਠਾ ਬਣਿਆ ਸੀ ਜਾਂ ਕੁਝ ਬਣਦਾ ਹੈ ਜਾਂ ਕੁਝ ਜੋ ਕੁਝ ਵੀ ਸੀ, ਕਿਸੇ ਦੇ ਉੱਤੇ ਕੋਈ ਬਾਗ ਲੱਗਿਆ ਹੋਇਆ ਸੀ ਜਾਂ ਪੇੜ ਸੀਗੇ, ਉਹਨਾਂ ਸਭ ਚੀਜ਼ਾਂ ਦੇ ਪੈਸੇ ਮਿਲਣਗੇ। ਉਹਦੇ ਚੋਂ ਨਹੀਂ ਕਿ ਭਈ ਉਹ ਹੀ ਲੈ ਲੈਣਗੇ ਜਾਂ ਜ਼ਮੀਨ ਲੈ ਲੈਣਗੇ। ਜ਼ਮੀਨ ਦੇ ਉੱਤੇ ਉਹਨੇ ਕੋਈ ਇੱਕ ਸਿੰਗਲ ਇੱਟ ਵੀ ਜੇ ਲੱਗੀ ਹੋਈ ਹੈ ਉਹਨੂੰ ਸਿੰਗਲ ਇੱਟ ਦਾ ਵੀ ਪੈਸਾ ਜਿਹੜਾ ਮਿਲੇਗਾ। ਮੈਡਮ ਮੇਨ ਕੁਐਸਚਨ ਸਾਡਾ ਇਹ ਤੁਹਾਡੇ ਹਿਸਾਬ ਨਾਲ ਤੁਸੀਂ ਹੁਣ ਸਾਡੇ ਜਿਹੜੀ ਰਿਕੁਐਸਟ ਕਰਨੀ ਹੈ, ਬੇਨਤੀ ਕਰਨੀ ਸਾਡੇ ਦੇ ਚਾਰ ਇਹ ਮੈਂ ਤਾਂ ਤੁਹਾਨੂੰ ਤੁਹਾਡੇ ਕਹਿ ਰਹੀ ਹਿਸਾਬ ਹਾਂ ਨਾਲ ਕਿੰਨੇ ਕੁ ਪੈਸੇ ਪੈ ਸਕਦੇ ਨੇ? ਮੇਨ ਮੁੱਦਾ ਜਿਹੜਾ ਹੈ ਦੇਖੋ ਮੇਰੀ ਗੱਲ ਸੁਣੋ, ਇਹ ਚੀਜ਼ਾਂ ਨੂੰ ਹੁਣੇ ਆਪਾਂ ਲੈ ਕੇ ਐਪਰੀਹੈਂਸ਼ਨ ਹੋਣ ਲੈਣ ਦਾ ਤੁਹਾਨੂੰ ਕੋਈ ਮਤਲਬ ਨਹੀਂ ਹੈ। ਤੁਹਾਨੂੰ ਪਹਿਲੀ ਗੱਲ ਤਾਂ ਕੋਈ ਵੀ ਦਿੱਕਤ ਆਉਂਦੀ ਹੈ ਮੈਂ ਇੱਥੇ ਅਵੇਲੇਬਲ ਹਾਂ, ਕਦੇ ਵੀ ਮੇਰੇ ਕੋਲ ਆ ਕੇ ਤੁਸੀਂ ਮਿਲ ਸਕਦੇ ਹੋ। ਕੋਈ ਵੀ ਤੁਹਾਨੂੰ ਡਾਊਟ ਹੋਏ ਜਾਂ ਕੁਝ ਹੋਏ, ਕੋਈ ਤੁਹਾਨੂੰ ਹੋਵੇ ਤਾਂ ਇਨਸਿਕਿਉਰਿਟੀ ਹੋਏ ਤਾਂ ਤੁਸੀਂ ਆ ਕੇ ਮਿਲ ਸਕਦੇ ਹੋ। ਦੂਸਰੀ ਗੱਲ ਜਿਹੜਾ ਤੁਹਾਨੂੰ ਉਹ ਵੀ ਦੱਸ ਰਹੇ ਹਾਂ ਕਿ ਅਵਾਰਡ ਅਜੇ ਅਸੀਂ ਸ਼ੁਰੂ ਨਹੀਂ ਕੀਤਾ ਹੈਗਾ ਬਣਾਉਣਾ, ਅਜੇ ਉਹਨੂੰ ਮਹੀਨਾ ਡੇਢ ਮਹੀਨਾ ਲੱਗੇਗਾ। ਸੋ ਉਹਦੇ 'ਚ ਅਸੀਂ ਜੋ ਵੀ ਫੈਕਟਰ ਹੋਣਗੇ, ਜੋ ਵੀ ਮੈਕਸਿਮਮ ਜੇ ਕਿਸੇ ਦੀ ਸੜਕ ਦੇ ਉੱਤੇ ਲੱਗਦੀ ਹੈ, ਲਿੰਕ ਰੋਡ ਲੱਗਦੀ ਹੈ, ਤੁਹਾਨੂੰ ਵੀ ਪਤਾ ਹੈ ਕਿ ਉਹਦੇ ਅਕੋਰਡਿੰਗਲੀ ਉਹਦੇ ਮਾਰਕੀਟ ਰੇਟ ਜ਼ਿਆਦਾ ਨੇ, ਮਾਰਕੀਟ ਰੇਟ ਵੀ ਅਸੀਂ ਲੈ ਰਹੇ ਹਾਂ ਸੋ ਉਹਦੇ ਬੇਸ ਤੇ ਜੋ ਮੈਕਸਿਮਮ ਤੁਹਾਡਾ ਫਾਇਦਾ ਹੋ ਸਕਦਾ ਹੋਏਗਾ। ਦੇਖੋ ਮੈਂ ਫਿਰ ਬਾਰ-ਬਾਰ ਵੀ ਕਹਿ ਰਹੀ ਹਾਂ, ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ, ਠੀਕ ਹੈ ਜੀ। ਪਰ ਫਿਰ ਵੀ ਤੁਸੀਂ ਇਹਦੇ 'ਚ ਡਰਨ ਵਾਲੀ ਕੋਈ ਗੱਲ ਨਹੀਂ, ਸਿਕਿਉਰ ਹੋਣ ਵਾਲੀ ਕੋਈ ਗੱਲ ਨਹੀਂ ਕਿ ਸਾਡਾ ਮਾਰੇ ਗਏ ਜਾਂ ਕੁਛ ਹੈ, ਕਿਉਂਕਿ ਇਹ ਤਾਂ ਲੋਕਾਂ ਦਾ ਬਹੁਤ ਫਾਇਦਾ ਹੋ ਜਾਂਦਾ ਜਿਨ੍ਹਾਂ ਦੀ ਸੜਕ ਆ ਜਾਂਦੀ ਹੈ। ਸੜਕ ਦੇ ਵਿੱਚ ਆ ਜਾਂਦੀ ਇਸ ਅਸੀਂ ਤਾਂ ਮੰਨਣੇ ਸਾਨੂੰ ਕਿਹਾ ਜਾ ਰਿਹਾ ਕਿ 13.5 ਲੱਖ ਰੁਪਏ ਮਿਲੇਗਾ। ਕੌਣ ਕਹਿ ਰਿਹਾ ਤੁਹਾਨੂੰ? ਅਸੀਂ ਤਾਂ ਚੇਕ ਜਦ ਤੱਕ ਮੈਂ ਨਹੀਂ ਤੁਹਾਨੂੰ ਮੰਨਦੇ। ਦੇਖੋ ਮੈਂ ਤੁਹਾਨੂੰ ਵੀ ਦੱਸ ਰਹੀ ਹਾਂ ਕਿ ਅਫਵਾਹਾਂ ਦੇ ਵਿੱਚ ਨਾ ਜਾਓ। ਕੁਝ ਅਫਵਾਹਾਂ ਇਹ ਵੀ ਨਹੀਂ ਕਿ 4 ਗੁਣਾ ਦਿੱਤਾ ਜਾ ਰਿਹਾ, ਕਰੋੜ ਰੁਪਈਆ ਮਿਲੇਗਾ। ਹਾਂਜੀ ਠੀਕ ਹੈ ਜੀ, ਉਹ ਵੀ ਗਲਤ ਹੈ। ਠੀਕ ਹੈ। ਸੋਰਸ ਇਸੇ ਉਹ ਵੀ ਮੈਂ ਤੁਹਾਨੂੰ ਕਲੈਰੀਫਾਈ ਕਰ ਰਹੀ ਹਾਂ ਕਿ ਜੋ ਵੀ ਅਫਵਾਹਾਂ ਨੇ ਉਹ ਸਭ ਗਲਤ ਨੇ। ਜੋ ਅਵਾਰਡ ਬਣੇਗਾ ਉਹਦੇ ਵਿੱਚ ਅਸੀਂ ਤੁਹਾਨੂੰ ਵੀ ਇਨਵੋਲਵ ਕਰਾਂਗੇ। ਇੱਕ ਵਾਰੀ ਮੀਟਿੰਗ ਹੋਰ ਹੋਏਗੀ ਜਿਹਦੇ 'ਚ ਅਸੀਂ ਜਿਹੜੀ ਹੈਗੀ ਹੈ ਕੰਸਰਨ ਦੂਜਿਆਂ ਦੇ ਵੀ ਲਵਾਂਗੇ। ਬਾਕੀ ਇਹ ਕਿ ਜੇ ਡਬਲ ਕਰਕੇ ਵੀ ਅਸੀਂ ਕੋਸ਼ਿਸ਼ ਕਰਾਂਗੇ ਐਟਲੀਸਟ ਤੁਹਾਨੂੰ ਮਾਰਕੀਟ ਰੇਟ ਤੱਕ ਬੰਦੇ ਨੂੰ ਜ਼ਮੀਨ ਦੇ ਜ਼ਰੂਰ ਮਿਲੇ। ਠੀਕ ਹੈ ਜੀ, ਪਰ ਉਹੀ ਤੁਹਾਨੂੰ ਦੱਸ ਰਹੀ ਹੈ ਕਿ ਇਹ ਸਭ ਗੱਲਾਂ ਬਾਅਦ ਦੀਆਂ ਨੇ। ਜਦ ਅਵਾਰਡ ਬਣਾਵਾਂਗੇ ਹਾਲ ਤੇ ਮੈਨੂੰ ਵੀ ਨਹੀਂ ਪਤਾ। ਬਾਕੀ ਇਹ ਕਿ ਜੋ ਮੈਂ ਤੁਹਾਨੂੰ ਵੀ ਦੱਸ ਰਹੀ ਹਾਂ ਕਿ ਜੋ ਮੈਕਸਿਮਮ ਮੈਨੂੰ ਗਾਈਡਲਾਈਨਸ ਅਲਾਉ ਕਰਨਗੀਆਂ, ਹਦਾਇਤਾਂ ਮੈਨੂੰ ਜੋ ਮੈਕਸਿਮਮ ਅਲਾਉ ਕਰਨਗੀਆਂ, ਉਹਨਾਂ ਦਾ ਮੈਂ ਮੈਕਸਿਮਮ ਬੈਨੀਫਿਟ ਤੁਹਾਨੂੰ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੀ। ਮੈਡਮ ਮਾਰਕੀਟ ਰੇਟੀਆਂ ਵੀ ਨੇ ਜੀ, ਤੁਸੀਂ ਪਤਾ ਕਰ ਸਕਦੇ ਹੋ, ਤੁਹਾਨੂੰ ਵੀ ਪਤਾ ਹੀ ਹੈ ਸਾਰੇ ਏਰੀਏ ਦਾ। ਤੁਸੀਂ ਦੇ ਦਿਓ ਸਾਡੇ ਜੇ ਤੁਹਾਡੇ ਕੋਲ ਕੋਈ ਰਜਿਸਟਰੀਆਂ ਨਹੀਂ ਜਿਹੜੀ ਕਿ ਕਲੈਕਟਰ ਰੇਟ ਤੋਂ ਵੱਧ ਹੋਈਆਂ ਨੇ, ਠੀਕ ਹੈ, ਮਈ ਤੋਂ ਪਹਿਲਾਂ ਹਾਂਜੀ ਹੋ ਗਿਆ। ਸੋ ਉਹ ਤੁਸੀਂ ਇੱਥੇ ਆ ਕੇ ਹਰਦੇਵ ਨੂੰ ਫੜਾ ਦਿਓ, ਠੀਕ ਹੈ, ਸਬਮਿਟ ਕਰਾ ਦਿਓ। ਠੀਕ ਹੈ। ਸਾਡੇ ਮੈਡਮ ਜਿੰਨੇ ਵੀ ਪਿੰਡ ਨੇ ਸਾਡੇ ਵੀ ਇਹ 25 ਤੋਂ 30 ਲੱਖ ਤੋਂ ਘੱਟ ਕਿਤੇ ਵੀ ਮਾਰਕੀਟ ਰੇਟ ਚੱਲਦੀ ਹੈ ਨਾ, ਕਰੋੜ ਪਹਿਲਾਂ ਹੀ ਮਿਲਿਆ ਸੀ। ਜਿਹੜਾ ਰੋਡ ਹੈ ਉਹ ਰੇਟ ਦਾ ਵੀ ਕੋਈ ਇਹਦੇ ਨਾਲ ਮਤਲਬ ਹੈ ਨਹੀਂ, ਜੋ ਪਹਿਲਾਂ ਅਵਾਰਡ ਦਾ ਰੇਟ ਹੈ ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਕਿ ਬਾਬਾ ਕਹੀਏ ਕਿ ਉਹ ਇੱਕ ਪ੍ਰੈਸੀਡੈਂਸ ਨਹੀਂ ਸੈੱਟ ਹੁੰਦਾ ਇਹਦੇ ਵਿੱਚ ਜਿਹੜੇ ਪਹਿਲਾਂ ਰੋਡ ਬਣੇ ਨੇ ਜੀ ਉਹਨਾਂ ਦਾ ਨਹੀਂ, ਮਤਲਬ ਕਿਸੇ ਵੀ ਚੀਜ਼ ਦਾ ਕੋਈ ਇਹਦੇ ਚੋਂ। ਅੱਛਾ ਮੈਡਮ, ਇਹ ਜਿਵੇਂ ਮੰਨ ਲਓ ਸਾਡੇ ਕੋਲ ਕੋਈ ਰਜਿਸਟਰੀ ਮਹਿੰਗੇ ਰੇਟ ਦੀ ਹੈ, ਉਹਦਾ ਬੈਨੀਫਿਟ ਸਾਰੇ 11 ਪਿੰਡਾਂ ਨੂੰ ਮਿਲੇਗਾ ਜਾਂ ਉਸ ਪਿੰਡ ਨੂੰ ਮਿਲੇਗਾ? ਉਸ ਪਿੰਡ ਨੂੰ ਮਿਲੇਗਾ ਜਿਸ ਪਿੰਡ ਦੀ ਉਹ ਰਜਿਸਟਰੀ ਹੈ। ਉਹ ਵੀ ਦੇਖੋ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਸ ਕੋਲ ਸਾਰੀਆਂ ਹੀ ਰਜਿਸਟਰੀਆਂ 12 15 ਐ ਹੋਈਆਂ ਹੋਈਆਂ, ਉਹਦੇ ਚੋਂ ਕੋਈ ਇੱਕ ਅਚਾਨਕ ਰਜਿਸਟਰੀ ਹੈ ਜਿਹੜੀ ਕਿ 50 ਲੱਖ ਦੀ ਹੋਊਗੀ, ਉਹਦਾ ਇੰਨਾ ਬੈਨੀਫਿਟ ਨਹੀਂ ਹੁੰਦਾ। ਲੇਕਿਨ ਹਾਂ ਜੇ 4-5 ਰਜਿਸਟਰੀਆਂ ਨੇ ਤੁਹਾਡੇ ਕੋਲ ਜਿਹੜੇ ਕਿ 30-35 ਮਤਲਬ ਥੋੜਾ ਜਿਹਾ ਰੇਟ ਅੱਪਦੀਆਂ ਨੇ, ਤਾਂ ਉਹਦਾ ਬੈਨੀਫਿਟ ਡੈਫੀਨਿਟਲੀ ਹੁੰਦਾ ਹੈ। ਕਿਉਂਕਿ ਇੰਸਟਰਕਸ਼ਨਸ ਦੇ ਵਿੱਚ ਨੇ ਕਿ ਜੇ ਕੋਈ ਇੱਕ ਅੱਧੀ ਰਜਿਸਟਰੀ ਐਕਸਟਰਾਆਰਡੀਨਰੀ ਹਾਈ ਰੇਟ ਤੇ ਹੋਈ ਹੈ ਤਾਂ ਉਹਨੂੰ ਅਸੀਂ ਕੰਸੀਡਰ ਨਹੀਂ ਕਰਦੇ। ਨਹੀਂ, ਉਹ ਵੀ ਤਾਂ ਵਿੱਚ ਲਾਉਣੀ ਚਾਹੀਦੀ ਹੈ ਜੀ। ਪਰ ਮੈਂ ਫਿਰ ਵੀ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਕੋਲ ਦੇਖੋ ਜੋ ਤੁਹਾਡੇ ਕੋਲ ਹੈਗਾ ਤੁਸੀਂ ਦੇ ਜਾਓ। ਅਸੀਂ ਜੋ ਵੀ ਜਿੱਥੇ ਵੀ ਤੁਹਾਡਾ ਜਿਹੜੀ ਚੀਜ਼ ਦਾ ਬੈਨੀਫਿਟ ਹੋ ਸਕਦਾ ਹੋਵੇਗਾ ਅਸੀਂ ਜ਼ਰੂਰ ਕਰਾਂਗੇ। ਸੋ ਤੁਹਾਡੇ ਕੋਲ ਜੇ ਕੋਈ ਰਜਿਸਟਰੀਆਂ ਨੇ ਜਿਹੜੇ ਕਿ ਬੰਦ ਰੇਟ ਦੀਆਂ ਹੋਈਆਂ ਨੇ, ਭਾਵੇਂ ਇੱਕ ਵੀ ਹੈ, ਡੈਫੀਨਿਟਲੀ ਉਹਨੂੰ ਦੇ ਦਿਓ। ਇੱਕ ਐਸਟੀਐਮ ਸਾਹਿਬ ਜਿਵੇਂ ਲਾ ਲਓ ਜੀ 5 ਸਾਲ ਪਹਿਲਾਂ ਇੱਥੇ ਇਲੈਕਟ੍ਰੇਟ ਜਿਹੜਾ ਸੀਗਾ ਜੀ ਉਹ 11 ਲੱਖ ਰੁਪਏ ਸੀ, ਉਦੋਂ ਬਾਅਦ ਘਟ ਗਿਆ ਜੀ।
ਉਹ ਨਹੀਂ ਹੁਣ ਆਪਣਾ ਉਹ ਮੈਂਸ਼ਨ ਨਹੀਂ ਹੋ ਸਕਦਾ ਜੀ ਉਹਦੇ ਵਿੱਚ। ਕਲੈਕਟਰੇਟ ਤਾਂ ਅਸੀਂ ਅੱਜ ਦਾ ਹੀ ਲਵਾਂਗੇ, ਜੋ ਅੱਜ ਦਾ ਕਲੈਕਟਰੇਟ ਹੈਗਾ। ਸੋ ਪਹਿਲਾਂ ਉੱਥੇ ਵੱਧ ਸੀ ਜਾਂ ਕੁਝ, ਦੇਖੋ ਮੈਂ ਉਹ ਚੀਜ਼ਾਂ ਦੱਸ ਰਹੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹੈਲਪ ਕਰ ਸਕਦੀਆਂ ਨੇ, ਬਟ ਐਕਚੁਅਲ ਦੇ ਵਿੱਚ ਜੋ ਅੱਜ ਦਾ ਕਲੈਕਟਰੇਟ ਹੈ ਉਹ ਵੀ ਬਣਿਆ ਜਾਏਗਾ। ਬਟ ਹਾਂ ਜੇ ਰੇਟ ਵੈਸੇ ਜਦੋਂ ਹੁਣ ਇਲੈਕਟ੍ਰੇਟ ਆਪਣਾ ਉਹ 17-18 ਦਾ ਚੱਲ ਰਿਹਾ ਹੈ, 19-20 ਦਾ ਜੇ ਚਾਹਿਆ ਨਹੀਂ ਹੋਇਆ ਨਹੀਂ ਜੀ, ਲੇਟੈਸਟ ਤੁਸੀਂ ਹੁਣ ਤੈਅ ਕਰ ਰਿਹਾ, ਹੁਣ ਤੁਸੀਂ ਕਰ ਸਕਦੇ ਜੀ ਨਹੀਂ, ਸਾਡੀਆਂ ਹੋ ਚੁੱਕੇ ਨੇ ਕਲੈਕਟਰੇਟ ਦੀ ਟਰਮ, ਤੁਹਾਡੇ ਕੋਲ ਸ਼ਾਇਦ ਨਹੀਂ ਇਹਦੇ ਹੈ। ਚੇਂਜਿੰਗ ਤਾਂ ਨਹੀਂ ਆਈ ਜੀ, ਉਹੀ ਹੈ। ਹਾਂ ਉਹ ਵੀ ਤੁਸੀਂ ਕਲੈਕਟਰੇਟ ਪਲੱਸ ਮਾਰਕੀਟ ਰੇਟ ਨੂੰ ਕੋਈ ਨਾ ਕੋਈ ਰੇਟ ਫਾਈਨਲ ਤਾਂ ਕਰੋਗੇ ਨਾ, ਜਿੱਦਾਂ ਵੀ ਇਹ ਸੋਚ ਰੱਖ ਰਹੇ ਨੇ ਕਿਸਾਨ ਕਿ ਕੁਝ ਤੁਸੀਂ ਰੇਟ ਫਿਕਸ ਕਰੋਗੇ, ਜਿੱਦਾਂ ਵੀ ਮਾਰਕੀਟ ਰੇਟ ਪਲੱਸ ਕਲੈਕਟਰੇਟ ਨੂੰ ਕੋਈ ਰੇਟ ਕੱਢਿਆ ਜਾਊਗਾ, ਜਿੱਦਾਂ ਕਿ 10 ਲੱਖ 15 ਲੱਖ ਕਹਿੰਦੇ ਤੁਸੀਂ। ਮੈਂ ਉਹੀ ਤੁਹਾਨੂੰ ਦੱਸ ਰਹੀ ਹਾਂ ਕਿ ਐਜ਼ ਪਰ ਐਕਟ ਜੋ ਬਿਲਕੁਲ ਕਾਨੂੰਨ ਦੇ ਅਕੋਰਡਿੰਗ ਜੋ ਕਲੈਕਟਰੇਟ ਹੁੰਦਾ ਹੈ ਉਸ ਦਾ ਦੁੱਗਣਾ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਪਰ ਫਿਰ ਵੀ ਅਸੀਂ ਕਿ ਹਰ ਕਿਸੇ ਦੀ ਜ਼ਮੀਨ ਇੱਕੋ ਜਿਹੀ ਨਹੀਂ ਹੈ, ਕਿਸੇ ਦੀ ਵਧੀਆ ਹੈ, ਕਿਸੇ ਦੀ ਸੜਕ ਤੇ ਹੈ, ਕਿਸੇ ਦੀ ਲਿੰਕ ਰੋਡ ਤੇ ਹੈ, ਉਹਦੇ ਅਕੋਰਡਿੰਗ ਜੋ ਫੈਕਟਰ ਕਿਸੇ ਨੂੰ ਹੈਲਪ ਕਰਦੇ ਹੋਣਗੇ ਉਹਦੇ ਅਕੋਰਡਿੰਗਲੀ ਜੋ ਮੈਕਸਿਮਮ ਅਸੀਂ ਬੈਨੀਫਿਟ ਦੇ ਸਕਦੇ ਹੋਵਾਂਗੇ ਉਹ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਇਹ ਤਾਂ ਮੈਡਮ ਜਿਵੇਂ ਨਾ ਗ੍ਰੀਨਫੀਲਡ ਦਾ ਨਾਮ ਦੇਤਾ, ਤਕਰੀਬਨ ਸਾਰੀ ਖੇਤਾਂ ਦੇ ਵਿੱਚੋਂ ਗ੍ਰੀਨਫੀਲਡ ਸੁਈ ਜਾਣੀ ਹੈ। ਰੋਡ ਦੇ ਨਾਲ ਤਾਂ ਬਹੁਤ ਘੱਟ ਜ਼ਿਮੀਂਦਾਰਾਂ ਦੀ ਜ਼ਮੀਨ ਆਉਣੀ ਹੈ, ਮੰਨ ਲਓ ਹਾਈਵੇ ਦੇ ਨਾਲ ਕੋਈ ਕਿੱਲਾ ਉੱਧਰ ਆ ਗਈ, 2 ਕਿੱਲੇ ਉੱਧਰ ਆ ਗਈ, ਤੇ ਤਕਰੀਬਨ ਸਾਰੀ ਗ੍ਰੀਨਫੀਲਡ ਵਾਲੀ ਵੀ ਖੇਤਾਂ ਵਾਲੀ ਜ਼ਮੀਨ ਹੈ। ਨਹੀਂ, ਗ੍ਰੀਨ ਫੀਲਡ ਦਾ ਮਤਲਬ ਇਹ ਨਹੀਂ ਹੈ ਕਿ ਫੀਲਡ ਦੇ ਵਿੱਚੋਂ ਨਿਕਲਦੀ ਹੈ। ਗ੍ਰੀਨ ਫੀਲਡ ਪ੍ਰੋਜੈਕਟ ਦਾ ਮਤਲਬ ਇਹ ਹੁੰਦਾ ਹੈ ਕਿ ਨਵਾਂ ਪ੍ਰੋਜੈਕਟ ਕਿ ਜਿੱਥੇ ਪਹਿਲਾਂ ਨੂੰ ਤੋਂ ਹੀ ਨਵਾਂ ਕਿਸੇ ਪਹਿਲੀ ਰੋਡ ਦੀ ਐਕਸਪੈਂਸ਼ਨ ਨਹੀਂ ਹੈ, ਨਵੀਂ ਰੋਡ ਨਿਕਲੇਗੀ, ਤੁਸੀਂ ਉਹਨੂੰ ਕਨਫਿਊਜ਼ ਨਾ ਕਰੋ। ਬਾਕੀ ਇਹ ਹੈ ਕਿ ਲਿੰਕ ਰੋਡਸ ਤਾਂ ਹੈਗੀਆਂ ਨੇ ਨਾ, ਭਾਵੇਂ ਹਾਈਵੇ ਨਹੀਂ ਹੈਗਾ, ਲਿੰਕ ਰੋਡ ਤਾਂ ਹੈਗੀਆਂ ਨੇ ਨਾ, ਸੜਕਾਂ ਤਾਂ ਹੈਗੀਆਂ ਨੇ। ਮੈਡਮ ਇੱਕ ਨਾ ਜਿਹੜੀਆਂ ਰਜਿਸਟਰੀਆਂ ਕਨਾਲ 2 ਕਨਾਲਾਂ ਤੋਂ ਘੱਟ ਹੁੰਦੀਆਂ ਨੇ ਉਹ ਵਜ੍ਹਾ ਨਹੀਂ ਹੁੰਦੀਆਂ ਨੇ। ਮੰਨ ਲਓ ਕਿਸੇ ਕਿੱਲੇ ਤੋਂ ਲੰਘ ਗਈ, ਮੈਂ ਵੇਚੀਏ ਜਾਂ ਮੈਂ ਲਈਏ ਕਨਾਲ ਦੇ ਵਿੱਚ, ਉਹਦੀ ਗਜਾ ਦੀ ਰਜਿਸਟਰੀ ਹੋਈ, ਉਹਦੀ ਵੈਲਿਊ ਗਜਾ ਦੇ ਹਿਸਾਬ ਨਾਲ ਬਣ ਗਈ 23 ਲੱਖ ਰੁਪਈਆ, ਉਹ ਵੀ ਸਾਨੂੰ ਬੈਨੀਫਿਟ ਮਿਲੇਗਾ ਜੀ ਜੇ ਉਹ ਰਜਿਸਟਰੀਆਂ ਦਾ ਨਹੀਂ। ਤੁਹਾਡੇ ਕੋਲ ਇਹੋ ਜਿਹਾ ਜੋ ਵੀ ਡਾਕੂਮੈਂਟ ਹੈ ਤੁਸੀਂ ਸਾਨੂੰ ਸਬਮਿਟ ਕਰਾ ਦਿਓ, ਠੀਕ ਹੈ ਜੀ। ਜੋ ਵੀ ਇਸ ਤਰੀਕੇ ਦੀ ਰਜਿਸਟਰੀ ਹੋਈ ਹੈ ਜਾਂ ਕੁਝ ਵੀ ਹੋਇਆ ਹੋਇਆ ਤੁਸੀਂ ਸਾਨੂੰ ਸਬਮਿਟ ਕਰਾ ਦਿਓ। ਜੋ ਵੀ ਸਾਨੂੰ ਉਹ 'ਚੋਂ ਜੋ ਕੁਝ ਵੀ ਲੱਭੇਗਾ, ਜਿੰਨਾ ਵੀ ਅਸੀਂ ਮੈਕਸਿਮਮ ਬੈਨੀਫਿਟ ਕਰ ਸਕਦੇ ਹੋਵਾਂਗੇ ਅਸੀਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਮੈਡਮ ਇਹਦੀ ਪਿਛਲੀ ਲਿੰਕ ਤੇ ਵੀ ਹੈ ਪਿੱਛੇ ਇੰਨੇ ਸਾਲ ਪੁਰਾਣੀ ਰਜਿਸਟਰੀ ਚਾਹੀਦੀ ਜਦੋਂ ਦੀ ਵੀ ਹੋਏ। ਵੈਸੇ ਤਾਂ 3 ਸਾਲ ਹੈ, ਠੀਕ ਹੈ, 3 ਸਾਲ ਅਸੀਂ 3 ਸਾਲ ਤੋਂ ਪੁਰਾਣਾ ਰਿਕਾਰਡ ਚੱਕਣਾ ਹੈ, 3 ਸਾਲ ਇਹ ਪੂਰੀ ਵਾਰ ਆਪ ਸੋ ਮੈਡਮ ਉਹ ਰਿਕਾਰਡ ਤਾਂ ਤੁਹਾਡੇ ਕੋਲ ਆਲਰੇਡੀ ਪਿਆ ਹੋਣਾ ਹੀ ਹੈ ਜੀ, ਉਹ ਰਿਕਾਰਡ ਤਾਂ ਆਲਰੇਡੀ ਤੁਹਾਡੇ ਦੇ ਕੋਲ ਹੈ ਹੀ ਹੈ 3 ਸਾਲ ਪੁਰਾਣਾ, ਵੀ ਜਿਹੜੀਆਂ ਵੱਧ ਤੋਂ ਵੱਧ ਰਜਿਸਟਰੀਆਂ ਹੋਈਆਂ ਨੇ। ਨਹੀਂ ਤੁਸੀਂ ਦੇ ਦਿਓ, ਦੇਖੋ ਕਈ ਵਾਰੀ ਆਪਣਾ ਸਾਡੇ ਕੋਲ ਮਿਸ ਹੋ ਜਾਂਦੀ ਬਣਦੀ ਹੈ ਨਾ। ਠੀਕ ਹੈ, ਤੁਹਾਡੇ ਕੋਲ ਇੱਕ ਪਾਰਟਿਕੂਲਰ ਪਈ ਹੈ ਤੇ ਪਈ ਹੈ ਤਾਂ ਦੇ ਦਿਓ, ਜਦੋਂ ਮਰਜ਼ੀ ਦੀ ਹੈ ਦੇ ਦਿਓ, ਉਹ ਕੋਈ ਚੱਕਰ ਨਹੀਂ ਹੈਗਾ। ਜਿਹਦੇ ਕੋਲ ਜੋ ਵੀ ਅਵੇਲੇਬਲ ਹੈ ਤੁਸੀਂ ਦੇ ਦਿਓ, ਜੇ ਗਜਾ ਵਾਲੀ ਹੈ ਜਾਂ ਜੋ ਕੁਝ ਵੀ ਹੈ, ਜੋ ਵੀ ਤੁਸੀਂ ਸਬਮਿਟ ਕਰਨਾ ਚਾਹੁੰਦੇ ਹੋ ਸਾਨੂੰ ਸਬਮਿਟ ਕਰਾ ਦਿਓ। ਇਹ ਲੈਂਡ ਐਕਟ ਦੇ ਤਹਿਤ ਕੋਈ ਜਿਹੜੇ ਛੋਟੇ ਕਿਸਾਨਾਂ ਦੀ ਜਾਂ ਕਿਸੇ ਜ਼ਮੀਨ ਆ ਗਈ ਕੋਈ ਗੱਲ ਨਹੀਂ, ਉਹਦੇ ਕੋਈ ਕਿਸੇ ਮੈਂਬਰ ਦੀ ਨੌਕਰੀ ਦਾ ਵੀ ਹੈ ਨਹੀਂ, ਇੱਦਾਂ ਦੀ ਕੋਈ ਵੀ ਇਨਸਟਰਕਸ਼ਨ ਨਹੀਂ ਹੈਗੀ। ਪਰ ਡੀਸੀ ਸਾਹਿਬ ਵੱਲੋਂ ਜਿਹੜਾ ਤੁਸੀਂ ਉੱਥੇ ਮੈਮੋਰੈਂਡਮ ਦੇਖਿਆ ਹੈ ਉਹਨਾਂ ਨੇ ਸਾਨੂੰ ਕਾਪੀ ਭੇਜੀ ਸੀ। ਐਕਚੁਅਲੀ ਮੈਡਮ ਡੀਸੀ ਸਾਹਿਬ ਕੋਲ ਜਾਣ ਤੋਂ ਪਹਿਲਾਂ ਜੀ ਅਸੀਂ ਤੁਹਾਡੇ ਕੋਲ ਆਏ, ਤੁਸੀਂ ਉਸ ਦਿਨ ਸੀਗੇ ਗੈਰ ਹਾਜ਼ਰ ਆਏ ਨਹੀਂ ਸੀਗੇ, ਸਾਨੂੰ ਤਹਿਸੀਲਦਾਰ ਸਾਹਿਬ ਨੇ ਮੈਮੋਰੈਂਡਮ ਲੈ ਲਿਆ ਸੀ ਤੁਹਾਡਾ ਜੀ। ਹਾਂ ਅਸੀਂ ਪਹਿਲਾਂ ਤੁਹਾਡੇ ਮਿਲਣ ਦੀ ਮੈਨੂੰ ਅਸੀਂ ਆਏ ਨਹੀਂ ਸੀ ਅਗਲੇ ਦਿਨ ਦਾ, ਐਸਾ ਤਾਂ ਹੁੰਦਾ ਨਹੀਂ ਕਿ ਨਹੀਂ ਹੁੰਦਾ, ਕਾਲ ਕਰਕੇ ਪੁੱਛ ਲੈਂਦੇ। ਵੀ ਤਾਂ ਅਜੇ ਵੀ ਕਿਸਾਨਾਂ ਨੂੰ ਪਤਾ ਹੈ ਵੀ ਜੋ ਤੁਸੀਂ ਵੀ ਕਰਨਾ ਹੈ, ਸਾਰੀਆਂ ਸਾਡੇ ਤਾਂ ਅਕਸਰ ਪਾਰਟੀਆਂ ਤੁਸੀਂ ਔਰ ਵੀ ਤੁਸੀਂ ਮੇਰੀ ਅਪੀਲ ਵੀ ਡੀਸੀ ਸਾਹਿਬ ਕੋਲ ਨਹੀਂ ਜਾਣੀ। ਮੈਨੂੰ ਹਾਂਜੀ ਸਾਡੇ ਦਾ ਅਫਸਰ ਤੁਸੀਂ ਜੀ। ਸੋ ਇਸ ਕਰਕੇ ਮੈਂ ਤੁਹਾਨੂੰ ਵੀ ਦੱਸ ਰਹੀ ਹਾਂ ਕਿ ਜੋ ਵੀ ਐਪਲੀਕੇਸ਼ਨ ਹੈ ਮੇਰੇ ਕੋਲ। ਬਾਕੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਸਭ ਨੂੰ ਬੇਨਤੀ ਕਰਾਂਗੀ ਕਿ ਮੈਂ ਨਹੀਂ ਚਾਹੁੰਦੀ ਕਿ ਇਹ ਕੰਮ ਉਲਝੇ, ਕਿ ਕਿਸੇ ਵੀ ਤਰ੍ਹਾਂ ਦੇ ਰੋਸ ਪ੍ਰਦਰਸ਼ਨਾਂ ਦੇ ਵਿੱਚ ਦੇਖੋ ਪਤਾ ਕੀ ਹੁੰਦਾ, ਕੰਮ ਡਿਲੇ ਹੋ ਜਾਂਦਾ ਹੈ। ਸੋ ਤੁਸੀਂ ਇਸ ਪੱਖੋਂ ਨਿਸ਼ਚਿੰਤ ਰਹੋ ਕਿ ਤੁਹਾਡਾ ਇਹ ਨਹੀਂ ਹੈ ਕਿ ਜੇ ਇੱਥੇ ਇਨਸਾਫ ਨਹੀਂ ਹੋਇਆ, ਕਮਿਸ਼ਨਰ ਸਾਹਿਬ ਹੈ, ਕਮਿਸ਼ਨਰ ਸਾਹਿਬ ਤੋਂ ਬਾਅਦ ਕੋਰਟ ਹੈ। ਸੋ ਇਨਹਾਂਸਮੈਂਟ ਦਾ ਕੋਈ ਐਸੀ ਚੱਕਰ ਨਹੀਂ ਕਿ ਤੁਸੀਂ ਜਿਹੜੇ ਅਮਾਉਂਟ ਤੋਂ ਇਹ ਹੁੰਦਾ ਜੀ ਅਸੀਂ ਆਏ ਸਾਨੂੰ ਰਾਜੀ ਹੋਵਾਂਗੇ ਜ਼ਮੀਨ ਦਾ ਵੀ ਕਰੀ ਜਾਂਦਾ ਦੇਖੋ ਮੈਂ ਤਾਂ ਵੀ ਕਹਿ ਰਹੀ ਹਾਂ ਕਿ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਜੋ ਤੁਹਾਡੇ ਤੇ ਬੈਠੇ ਹਾਂ, ਤੁਸੀਂ ਸਾਡਾ ਕਰ ਪੂਰਾ ਕੋਰਟ ਵਾਲੀ ਨਾ ਸਾਨੂੰ ਕਹੋ ਜੀ, ਕੋਰਟ ਕਿਸਾਨ ਹੈ ਉਹ ਸੜਕ ਤੇ ਜਾਂਦਾ ਹੈ, ਹੁਣ ਆਹ 3 ਜਿਹੜੇ ਆਰਡੀਨੈਂਸ ਆ ਇਹਨਾਂ ਦੇ ਵਿਰੁੱਧ ਕਿਸਾਨ ਗਿਆ, ਉਹ ਮਜਬੂਰ ਹੋ ਕੇ ਗਿਆ ਜੀ। ਇੱਥੇ ਵੀ ਕਿਸਾਨ ਇਹੋ ਹੀ ਨੇ ਜੀ, ਤੁਸੀਂ ਜਾਣਾ ਨਹੀਂ ਚਾਹੁੰਦੇ ਮੈਡਮ, ਅਸੀਂ ਇੱਥੇ ਵੀ ਨਹੀਂ ਆਉਣਾ ਚਾਹੁੰਦੇ ਸੀ। ਬੇਨਤੀ ਨਹੀਂ ਹੈਗੀ ਤੁਹਾਨੂੰ ਹਾਂ ਜਾਣ ਤੇ ਦੀ। ਪਲੀਜ਼ ਸਾਡਾ ਧਿਆਨ ਰੱਖ ਕੇ ਕਰਿਆ। ਇੱਕ ਹੋਰ ਗੱਲ ਹੈ ਜੀ,
ਇਹ ਇੱਥੇ ਜਿੰਨੇ ਕਿਸਾਨ ਆਪਣੇ ਇਸ 11 ਪਿੰਡਾਂ ਦੇ ਵਿੱਚ ਆਏ ਨੇ ਨਾ ਜੀ, ਇਹ ਸਾਰੇ ਜਿੰਨੇ ਇਹਨਾਂ ਦੀ ਜ਼ਮੀਨ ਆਈ ਸਾਰੇ ਪਾਕਿਸਤਾਨ ਤੋਂ ਬਜ਼ੁਰਗ ਆਏ ਨੇ। ਬੜੀ ਮਿਹਨਤ ਕਰਕੇ ਅਸੀਂ ਜ਼ਮੀਨਾਂ ਬਣਾਈਆਂ ਜੀ ਤੇ ਅਸੀਂ ਹੱਥ ਜੋੜਦੇ ਹਾਂ ਤੁਹਾਡੇ ਸਾਨੂੰ ਬੇਨਤੀ ਇਹ ਕਰਦੇ ਕਹਿ ਰਹੇ ਹਾਂ ਨੇ ਮਾਰਕੀਟ ਰੇਟ ਦੇ ਸਾਰਾ ਸਾਡੇ ਵਾਸਤੇ ਪਾਕਿਸਤਾਨ ਉਹਨਾਂ ਨੂੰ ਦਾ ਮੁਆਵਜ਼ਾ ਤੁਹਾਨੂੰ ਜ਼ਰੂਰ ਸਰਕਾਰ ਵੱਲੋਂ ਦਿੱਤਾ ਜਾਏਗਾ ਕਿ ਤੁਸੀਂ ਆਪਣੀ ਜ਼ਮੀਨ ਕਿਤੇ ਹੋਰ ਲੈ ਕੇ ਬਣਾ ਸਕੋ। ਮੈਡਮ ਜਿਹੜੇ ਰੋਡ 'ਚ ਜ਼ਮੀਨਾਂ ਜ਼ਿਮੀਂਦਾਰ ਦੀ ਆਉਂਦੀਆਂ ਪਈਆਂ ਨਾ, ਚਲੋ ਆਪਣੇ ਸਟੇਟ ਨੂੰ ਫਾਇਦਾ ਹੈ, ਵਧੀਆ ਰੋਡ ਨਿਕਲ ਰਿਹਾ ਹੈ, ਪਰ ਜਿਹੜੇ ਜ਼ਿਮੀਂਦਾਰ ਜਿੱਥੋਂ ਰਸਤਾ ਨਿਕਲ ਰਿਹਾ ਹੈ ਉਹ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਹੜੀ ਹੈ। ਅਸੀਂ ਤਾਂ ਤੁਹਾਡੇ ਅੱਗੇ ਬੇਨਤੀ ਕਰਦੇ ਤੁਸੀਂ ਇੱਕ ਵੀ ਜੀ ਜ਼ਰੂਰ ਆ ਕੇ ਤੇ ਮਾੜਾ ਜਿਹਾ ਤੁਸੀਂ ਨਹੀਂ ਨਾ ਮੈਨੂੰ ਤਾਂ ਪਤਾ ਹੈਗਾ, ਮੈਂ ਹਾਂਜੀ ਤੁਹਾਨੂੰ ਦੇਖੋ ਮੈਂ ਉਹੀ ਦੱਸ ਰਹੀ ਹਾਂ ਕਿ ਤੁਸੀਂ ਸਿਸਟਮ ਤੇ ਵਿਸ਼ਵਾਸ ਰੱਖੋ। ਅਫਵਾਹਾਂ ਦੇਖੋ ਪਤਾ ਕੀ ਹੁੰਦਾ, ਇੱਕ ਬੰਦਾ ਪਿੰਡ 'ਚ ਅਫਵਾਹ ਉਡਾ ਦਿੰਦਾ ਕਰੋੜ ਰੁਪਇਆ ਮਿਲੂਗਾ। ਹਾਂਜੀ ਕਰੋੜ ਹਾਂ ਠੀਕ ਹੈ। ਆਵਾਜ਼ ਇਹੀ ਹੈ ਜੀ ਦੇਖੋ ਮੈਂ ਤਾਂ ਉਹੀ ਜਿਹੜੀ ਦੱਸ ਸਾਡੀ ਰਹੀ ਹਾਂ। ਚਾਹ ਦਾ ਮੰਨੋ ਸਾਨੂੰ ਵੀ ਇਹੀ ਇੰਨੀ ਮੈਂ ਕੋਲ ਵੀ ਤੁਹਾਨੂੰ ਸਾਨੂੰ ਚੀਜ਼ ਕਰੋੜ ਦੱਸ ਰਹੀ ਰੁਪਇਆ ਹਾਂ ਮਿਲੇ ਜੀ ਕਿ ਕਰੋੜ। ਕਰੋੜ ਵਾਲਾ ਸਿਸਟਮ ਨਹੀਂ ਹੁੰਦਾ। ਠੀਕ ਹੈ ਜੀ, ਹੁਣ ਉਹਦੇ ਚੱਕਰ 'ਚ ਜੇ ਤੁਹਾਨੂੰ 40 ਜਿਹੜਾ ਮਾਰਕੀਟ ਰੇਟ ਮਿਲਿਆ ਤੁਸੀਂ ਉਹ ਵੀ ਗਵਾ ਲਓਗੇ। ਮੈਂ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ 'ਚ ਜੋ ਮੈਕਸਿਮਮ ਬੈਨੀਫਿਟ ਹੋ ਸਕਦਾ ਹੋਏਗਾ ਉਹ ਮੈਂ ਦੇਣ ਦੀ ਤੁਹਾਨੂੰ ਡੈਫੀਨਿਟ ਕੋਸ਼ਿਸ਼ ਕਰਾਂਗੀ। ਪਰ ਜੇ ਤੁਸੀਂ ਅੜ ਕੇ ਅਫਵਾਹਾਂ ਦੇ ਵਿੱਚ ਬਹਿ ਜਾਓਗੇ ਕਿ ਨਹੀਂ ਜੀ ਕਰੋੜ ਦੋ 2 ਕਰੋੜ ਦੋ, ਮੈਂ ਉਹੀ ਚੀਜ਼ ਸਮਝਾ ਰਹੀ ਹਾਂ ਕਿ ਉਹਦੇ ਨਾਲ ਨੁਕਸਾਨ ਤੁਹਾਡਾ ਹੀ ਹੋਏਗਾ। ਮੈਨੂੰ ਤਾਂ ਕੋਈ ਨਹੀਂ ਲੱਗਦਾ। ਮੇਰੀ ਗੱਲ ਸੁਣੋ, ਮੇਰੇ ਲਈ ਬਹੁਤ ਸੌਖਾ ਹੈ, ਇੱਕ ਸਾਈਡ ਕਰਨੇ ਹੈ ਸਾਰੇ ਪੈਸੇ ਕੋਰਟ 'ਚ ਜਮਾ। ਠੀਕ ਹੈ, ਸੋ ਮੇਰੇ ਲਈ ਕੋਈ ਔਖਾ ਨਹੀਂ ਹੈਗਾ। ਐਕੁਇਜ਼ੀਸ਼ਨ ਹੈ, ਕੰਪਲਸਰੀ ਐਕੁਇਜ਼ੀਸ਼ਨ ਹੈ। ਠੀਕ ਹੈ, ਪ੍ਰੋਟੈਸਟ ਹੁੰਦੇ ਨੇ, ਮਹੀਨਾ 2 ਮਹੀਨੇ 6 ਮਹੀਨੇ ਡਿਲੇ ਹੋ ਜਾਏਗਾ। ਅਲਟੀਮੇਟਲੀ ਜਿਹੜਾ ਨੁਕਸਾਨ ਹੁੰਦਾ ਉਹ ਕਿਸਾਨ ਦਾ ਹੁੰਦਾ। ਠੀਕ ਹੈ, ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰ ਰਹੀ ਹਾਂ ਕਿ ਆਪਾਂ ਸਾਂਝੇਦਾਰੀ 'ਚ ਚੱਲਣਾ ਹੈ। ਜੇ ਤੁਸੀਂ ਮੇਰੇ ਤੋਂ ਬਾਹਰ ਹੋ ਜਾਓਗੇ ਮੈਂ ਤੁਹਾਡੇ ਤੋਂ ਬਾਹਰ ਹੋ ਜਾਊਂਗੀ। ਐਕਚੁਅਲੀ ਮੈਡਮ ਅਸੀਂ ਸਾਰੇ ਤੁਹਾਡੇ ਨਾਲ ਸਹਿਮਤ ਹਾਂ। ਸਾਡੀ ਜਿਹੜੀ ਇੱਕ ਬੇਨਤੀਆਂ ਨੇ, ਇੱਕ ਤਾਂ ਇੱਕ ਮਾਰਕੀਟ ਨੂੰ ਧਿਆਨ ਰੱਖ ਕੇ ਕਰਦੇ ਹਾਂ, ਇੱਕ ਦੂਸਰਾ ਜਿਹੜਾ ਰਸਤੇ ਵਾਲਾ ਦੇਖੋ ਮੈਂ ਫਿਰ ਵੀ ਕਹਿ ਰਹੀ ਹਾਂ ਕਿ ਮੇਰੇ ਦੇਖੋ ਐਜ਼ ਆਫੀਸਰ ਮੈਂ ਇੱਥੇ ਹੋਰ 2 ਮਹੀਨੇ ਜਾਂ 4 ਮਹੀਨੇ ਆ। ਠੀਕ ਹੈ ਜੀ, ਪਰ ਮੇਰੀ ਇਹ ਜ਼ਰੂਰ ਕੋਸ਼ਿਸ਼ ਹੋਏਗੀ ਕਿ ਮੇਰੇ ਜਾਣ ਤੋਂ ਬਾਅਦ ਵੀ ਇੱਥੇ ਲੋਕੀ ਰੁਲਦੇ ਨਾ ਫਿਰਨ। ਕੰਮ ਯਾਦ ਰੱਖਣਾ। ਉਹੀ ਚੀਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਉਹਦੇ ਲਈ ਮੈਨੂੰ ਤੁਹਾਡਾ ਵੀ ਸਾਥ ਚਾਹੀਦਾ ਹੈ। ਬਿਲਕੁਲ ਤੁਹਾਡੇ ਨਾਲ ਸੋ ਉਹਦੇ 'ਚ ਜੇ ਤੁਸੀਂ ਆਪਣੀ ਐਕਸਪੈਕਟੇਸ਼ਨਸ ਬਹੁਤ ਹੀ ਵਧਾ ਲਓਗੇ, ਲੋਕੀ ਦੇਖੋ ਖਰਾਬ ਕਰਨ ਵਾਲੇ ਤੁਹਾਨੂੰ 1000 ਮਿਲਣਗੇ, ਇਸ ਕੰਮ ਦੇ ਵਿੱਚ ਦਲਾਲ ਵੀ 1000 ਮਿਲਣਗੇ। ਠੀਕ ਹੈ। ਠੀਕ ਹੈ ਜੀ, ਸੋ ਇਸ ਕਰਕੇ ਮੈਂ ਤੁਹਾਨੂੰ ਕਲੀਅਰਲੀ ਦੱਸ ਰਹੀ ਹਾਂ ਕਿ ਹੁਣ ਇਸ ਜਦੋਂ ਐਕੁਇਜ਼ੀਸ਼ਨ ਕੰਮ ਸ਼ੁਰੂ ਹੁੰਦਾ ਨਾ, ਕਈ ਦਲਾਲ ਪਿੰਡਾਂ ਵਿੱਚ ਪੈਦਾ ਹੋ ਜਾਂਦੇ ਆ। ਮੈਂ ਤੈਨੂੰ ਕਰੋੜ ਦਵਾਉਂਗਾ, ਮੈਂ ਤੈਨੂੰ 2 ਦਵਾਉਂਗਾ, 10 ਐਸਡੀਐਮ ਲਊਗੀ, ਕਈ ਚੀਜ਼ਾਂ ਤੁਹਾਡੇ ਕੰਨਾਂ 'ਚ ਪੈਣਗੀਆਂ। ਸੋ ਮੇਰੇ ਬਾਰੇ ਮੈਂ ਇੱਥੇ 3 ਸਾਲ ਤੋਂ ਹਾਂ, ਤੁਸੀਂ ਸਾਰੇ ਇੱਥੇ ਜਾਣਦੇ ਹੋ ਕਿ ਇਸ ਦਫ਼ਤਰ 'ਚ ਪੈਸਾ ਨਹੀਂ ਚੱਲਦਾ। ਠੀਕ ਹੈ ਜੀ, ਸੋ ਇਸ ਕਰਕੇ ਜੋ ਹੋਊਗਾ ਤੁਹਾਡੇ ਸਾਹਮਣੇ ਹੀ ਹੋਏਗਾ। ਪਰ ਜੇ ਤੁਸੀਂ ਦਲਾਲਾਂ ਦੇ ਚੱਕਰਾਂ 'ਚ ਜਾਂ ਹੋਰ ਵਕੀਲਾਂ ਦੇ ਚੱਕਰਾਂ 'ਚ ਪੈ ਗਏ ਭਈ ਅਸੀਂ ਤਾਂ ਜੀ ਤੁਹਾਨੂੰ ਕਰੋੜ ਦਵਾਵਾਂਗੇ, ਦੇਖੋ ਵਕੀਲ ਵੀ ਕੀ ਕਰਦੇ ਨੇ ਮੈਨੂੰ ਸਭ ਪਤਾ ਹੈ, ਤੁਹਾਡੇ ਤੋਂ ਵੱਧ ਮੈਨੂੰ ਪਤਾ ਹੈ ਹਾਂਜੀ ਕਿ ਕੀ ਉਹ ਸੈਟਿੰਗ ਕਰਦੇ ਨੇ, ਕਿਸ ਤਰੀਕੇ ਦੀ ਸੈਟਿੰਗ ਹੁੰਦੀ ਹੈ, ਸਭ ਪਤਾ ਹੈ। ਅਲਟੀਮੇਟਲੀ ਹਰਾਸਮੈਂਟ ਕਿਸਾਨ ਦੀ ਕਿਸਾਨ ਦੀ ਸਭ ਤੋਂ ਵੱਡਾ ਨੁਕਸਾਨ ਠੀਕ ਹੈ ਜੀ। ਕਿਸਾਨ ਦਾ। ਸੋ ਇਸ ਕਰਕੇ ਨਾ ਮੈਂ ਤੁਹਾਡਾ ਨੁਕਸਾਨ ਕਰਨਾ ਚਾਹੁੰਦੀ ਹਾਂ, ਨਾ ਮੈਂ ਕਰਾਂਗੀ। ਬਸ ਇਹੀ ਹੈ ਕਿ ਤੁਸੀਂ ਆਪਣੀ ਐਕਸਪੈਕਟੇਸ਼ਨ ਵੀ ਬਹੁਤ ਜ਼ਿਆਦਾ ਨਾ ਕਰ ਲਓ ਕਿ ਭਈ ਅਸੀਂ ਕਿਸੇ ਦੇ ਵੀ ਚੱਕਰ 'ਚ ਪੈ ਕੇ ਕਿ ਕਰੋੜ ਮਿਲੂਗਾ 2 ਮਿਲੂਗਾ, ਉਸ ਚੱਕਰ 'ਚ ਤੁਸੀਂ ਇੱਥੋਂ ਲਓ ਨਾ ਕੁਝ। ਠੀਕ ਹੈ, ਫਿਰ ਕੋਰਟ 'ਚ ਭੱਜੇ ਫਿਰੋਗੇ 5-6 ਸਾਲ। ਸੋ ਇਸ ਕਰਕੇ ਬੈਟਰ ਹੈ ਜੋ ਬੈਸਟ ਤੁਹਾਨੂੰ ਦੇ ਸਕਦੇ ਹੋਵਾਂਗੇ ਮੈਂ ਦੇ ਦੂੰਗੀ। ਮੈਡਮ ਹੌਸਲਾ ਦੇ ਦਿਓ ਕਰੋੜ ਤੋਂ ਜ਼ਿਆਦਾ ਕਿੰਨੇ ਜ਼ਿਆਦਾ ਪ੍ਰੋਬਲਮ ਜਦੋਂ ਕਲੈਕਸ਼ਨ ਰੇਟ ਦਾ ਡਬਲ ਹੋ ਗਿਆ ਨਾ, ਅਸੀਂ ਜ਼ਿਆਦਾ 2 ਲੱਖ ਕਰ ਦੇ ਦਿਓ ਜੀ ਅਸੀਂ ਕਰੋੜ ਤੋਂ ਜਿਹੜਾ ਜ਼ਿਮੀਦਾਰ ਦੀ ਦੇਖੋ ਅਗਰ 2 ਪਾਸੇ ਦੀ ਸਾਡੀ ਡਿਬੇਟ ਹੋ ਗਈ। ਦੇਖੋ ਜ਼ਿਮੀਦਾਰ ਨੂੰ ਮੇਰੀ ਗੱਲ ਸੁਣ, ਜ਼ਿਮੀਦਾਰ ਨੂੰ ਮੇਰੇ ਤੋਂ ਵੱਧ ਪਤਾ ਹੈ ਕਿ ਉਹਦੀ ਜ਼ਮੀਨ ਕਿੰਨੇ ਦੀ ਹੈ। ਹਾਂਜੀ ਬਿਲਕੁਲ ਜੀ। ਸਭ ਤੋਂ ਵੱਡੀ ਗੱਲ ਦੇਖੋ ਮੈਨੂੰ ਹੋ ਸਕਦਾ ਮੈਨੂੰ ਵੀ ਨਹੀਂ ਪਤਾ, ਪਰ ਉਹਨੂੰ ਪਤਾ ਹੈ ਕਿ ਮੇਰੀ ਜ਼ਮੀਨ ਦੀ ਕੀਮਤ 25 ਲੱਖ ਹੈ ਜਾਂ 25 ਜਾਂ 30 ਲੱਖ ਤੋਂ ਵੱਧ ਦਾ ਕਿੱਲਾ ਨਹੀਂ ਹੈਗਾ। ਨਹੀਂ ਬਿਲਕੁਲ ਜੀ। ਹੁਣ ਉਹ ਜੇ ਸੋਚੇ ਮੈਂ 2 ਲਵਾਂਗਾ ਇਹਦਾ, ਫਿਰ ਦੇਖੋ ਚੀਜ਼ ਨਹੀਂ ਹੁੰਦੀ। ਮੈਡਮ ਇੱਕ ਇਹਦੇ 'ਚ ਮੈਂ ਜੇ ਤੁਹਾਨੂੰ ਜੇ ਉਹਦੀ 30 ਦੀ ਹੈ, ਅਸੀਂ ਹਦਾਇਤਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨੂੰ ਐਟਲੀਸਟ 30 ਤੱਕ ਤੇ ਪਹੁੰਚਾ ਲਏ। ਨਹੀਂ ਪਹੁੰਚਦਾ ਐਟਲੀਸਟ 20-25 ਤੱਕ ਉਹਨੂੰ ਮਿਲੇਗਾ, ਐਨਹਾਂਸ ਹੋ ਕੇ ਉਹਨੂੰ ਮੈਨੂੰ ਕੰਪਲੀਟ ਕਰਨ ਦਿਓ। 30-35 ਤੱਕ ਉਹਨੂੰ ਮਿਲ ਜਾਏਗਾ। ਪਰ ਜੇ ਉਹ ਪਹਿਲਾਂ ਹੀ ਹੁਣੇ ਰੱਟ ਪਾ ਲੇ ਕਿ ਮੈਨੂੰ ਤਾਂ ਕਰੋੜ ਦਿਓ ਜਾਂ 2 ਦਿਓ, ਉਹ ਚੀਜ਼ ਖਰਾਬ ਕਰਦੀ ਹੈ ਫਿਰ। ਮੈਡਮ ਇੱਕ ਗੱਲ ਹੈ, ਜਿਵੇਂ ਮੰਨ ਲਓ ਆਪਾਂ ਤੁਸੀਂ ਕਹਿਤਾ ਵੀ ਜ਼ਿਮੀਂਦਾਰ ਨੂੰ ਪਤਾ ਹੈ ਵੀ ਤੁਹਾਡੀ ਜ਼ਮੀਨ ਕਿੰਨੇ ਦੀ ਹੈ। ਅਸੀਂ ਹੁਣ ਪਿੰਡਾਂ ਦੇ ਵਿੱਚ ਆਪਣੇ ਜਦੋਂ ਪਾਕਿਸਤਾਨ ਤੋਂ ਆਏ ਆ, ਸਾਡੇ ਬਜ਼ੁਰਗ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ। ਮੰਨ ਲਓ ਮੇਰੇ ਕੋਲ 6 ਕਿੱਲੇ ਜ਼ਮੀਨ ਹੈ, ਉਹਦੇ ਵਿੱਚ ਦੀ ਰੋਡ ਨਿਕਲ ਜਾਂਦਾ ਹੈ, ਮੇਰੀ 1 ਕਿੱਲਾ ਉੱਧਰ ਰਹਿ ਗਈ, 1 ਉੱਧਰ ਰਹਿ ਗਈ। ਉਸ ਤੋਂ ਬਾਅਦ ਮੈਂ ਕਿਸੇ ਦੂਜੇ ਪਿੰਡ ਜਾ ਕੇ ਬੈਠਾਂਗਾ, ਮੈਨੂੰ ਹੋ ਸਕਦਾ ਹੈ ਉੱਥੇ ਨੇੜੇ ਉਸੇ ਤੇੜੇ ਦੇ ਲਈ ਜ਼ਮੀਨ ਨਾ ਸਰਕਾਰ ਹੋਵੇ। ਤੁਹਾਨੂੰ ਜ਼ਿਆਦਾ ਪੱਤਾ ਦੇ ਰਹੀ ਹੈ। ਦੇ ਰਹੀ ਹੈ, ਫਿਰ ਮੈਂ ਆਪਣੇ ਚਾਚੇ ਤਾਇਆਂ ਤੋਂ ਆਪਣੇ ਬਜ਼ੁਰਗਾਂ ਤੋਂ ਤਾਂ ਨਿਕਲਿਆ ਉਹ ਨਹੀਂ ਮੈਨੂੰ ਮੈਡਮ ਉਹਨਾਂ ਦਾ ਕਹਿਣ ਦਾ ਮਤਲਬ ਮੰਨ ਲਓ ਸਪੋਜ਼ ਦੈਟ ਮੇਰੀ ਹੈ 6 ਕਿੱਲੇ ਪੈ ਗਈ ਹੈ ਜੀ,
6 ਕਿੱਲੇ ਪੈਣੀ ਦਾ ਮਾਰਕੀਟ ਰੇਟ 30 ਲੱਖ ਹੈ, ਤੁਸੀਂ ਵੀ ਮੈਨੂੰ 30 ਦਿੰਦੇ ਹੋ। ਮੈਂ ਉਹ ਬਜ਼ੁਰਗਾਂ ਨੇ ਜਿਹੜੀ ਜ਼ਮੀਨ ਬਣਾਈ ਹੈ, ਕੱਲ ਅਸੀਂ ਉੱਥੇ ਇਕੱਠੇ ਹੋਏ ਸਾਂ, ਮੁੰਡਾ ਰੋਣ ਲੱਗ ਗਿਆ ਸੀ, ਕਹਿੰਦਾ ਮੈਂ ਆਪਣੇ ਚਾਚੇ ਤਾਇਆਂ ਤੋਂ ਭੂਆ ਤੋਂ ਗੋਡੇ ਪੈਰੀ ਹੱਥ ਲਾ ਕੇ ਕਿਸੇ ਤਰੀਕੇ ਨਾਲ ਤਕਸੀਮ ਕਰਾਈ, ਪਰ ਮੋਟਰ ਤੇ ਜਾਂਦਾ ਹਾਂ ਉਹ ਟੀਚਰ ਹੀ ਕਹਿੰਦਾ ਮੈਂ ਮੱਥਾ ਟੇਕਦਾ ਹਾਂ ਵੀ ਮੇਰੀ ਤਮੰਨਾ ਸੀ ਵੀ ਮੇਰੇ ਦਾਦੇ ਨੇ ਪਾਕਿਸਤਾਨ ਨੂੰ ਆ ਕੇ ਜ਼ਮੀਨ ਬਣਾਈ ਹੈ ਤੇ ਮੈਂ ਇਹੀ ਰੱਖਾਂ। ਤੇ ਆਂਦਾ ਪੈਸੇ ਜੇ 2 ਕਰੋੜ ਮਿਲ ਜਾਣਗੇ, ਉਹਦੀ ਸੋਚ ਸੀ ਪੈਸੇ 2 ਕਰੋੜ ਮਿਲ ਜਾਣ, ਪਰ ਮੈਨੂੰ ਦੇਖ ਕੇ ਕਹਿੰਦਾ ਰੋਣਾ ਆਉਂਦਾ ਵੀ ਅੱਜ ਉਹ ਜ਼ਮੀਨ ਮੇਰੀ ਜਾ ਰਹੀ ਹੈ। ਤੁਸੀਂ ਮੰਨ ਲਓ ਮੇਰਾ 30 ਲੱਖ ਰੇਟ ਹੈ, ਜਿਹੜਾ ਸੋਲੂਸ਼ਨ ਦਿੱਤਾ ਜਾਂਦਾ ਹੈ, ਸੋਲੂਸ਼ਨ ਕੀ ਹੈ? ਉਜਾੜਾ ਪੱਤਾ ਹੈ। ਹਾਂਜੀ ਠੀਕ ਹੈ ਜੀ, ਉਹ ਸੋਲੂਸ਼ਨ ਇਸੇ ਲਈ ਦਿੱਤਾ ਜਾਂਦਾ ਹੈ, ਤੁਹਾਨੂੰ ਰੇਟ ਦੇ ਉੱਤੇ ਸੋਲੂਸ਼ਨ ਮਿਲੇਗਾ, ਪਲੱਸ ਤੁਹਾਨੂੰ 12% ਦਾ ਇੰਟਰਸਟ ਵੀ ਮਿਲੇਗਾ ਜਿਸ ਦਿਨ ਤੋਂ 3A ਹੋ ਗਿਆ। ਠੀਕ ਹੈ, ਸੋ ਇਸ ਕਰਕੇ ਘਾਟੇ ਵਾਲਾ ਸੌਦਾ ਨਹੀਂ ਕਦੇ ਮੈਡਮ ਵੀ ਅਸੀਂ ਨਹੀਂ ਬੇਨਤੀ ਇਹ ਕਰ ਰਹੇ ਹਾਂ ਵੀ ਸਪੋਜ਼ਰ ਜਿਵੇਂ ਹੁਣ ਮੇਰੀ ਗੱਲ ਹੈ ਵੀ ਮੇਰੇ 6 ਕਿੱਲੇ ਥਾਂ ਹੈ, 30 ਲੱਖ ਰੇਟ ਮੈਨੂੰ ਮਿਲ ਜਾਂਦਾ, ਤੁਸੀਂ ਦੇ ਦਿੰਦੇ ਹੋ। ਮਾਰਕੀਟ 30 ਲੱਖ ਰੇਟ ਹੈ, ਮੈਂ ਉਹਨੂੰ ਦੇਣਾ ਹੀ ਨਹੀਂ ਚਾਹੁੰਦਾ 30 ਨੂੰ, ਸਮਝ ਲਓ ਨਾ ਗੱਲ। ਜੇ ਆਪਾਂ ਨੂੰ ਮਾਰਕੀਟ ਰੇਟ ਹੀ ਆਪਾਂ ਕਹੀਏ ਵੀ 20 ਹੈ ਜਾਂ 25 ਆਪਾਂ ਨੂੰ ਇੰਨਾ ਤਾਂ ਮਿਲੇਗਾ ਹੀ, ਮੈਨੂੰ ਨਹੀਂ ਲੱਗਦਾ ਕੋਈ ਜੱਟ ਰਾਜੀ ਹੋਏਗਾ ਵੀ ਇਸ ਰੇਟ ਨੂੰ ਅਸੀਂ ਜ਼ਮੀਨ ਦੇ ਦਿੱਤੀ। ਇੰਨੇ ਘੱਟ ਰੇਟ ਤੇ ਇੰਨੇ ਘੱਟ ਰੇਟ ਤੇ ਤਾਂ ਵੇਖੋ ਅਸੀਂ ਅੱਗੇ ਹੀ ਲੈਣੀ ਹੈ ਨਾ ਜੀ। ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਵੀ ਦੱਸਦੀ ਹਾਂ ਕਿ ਮਾਰਕੀਟ ਤੋਂ ਜੇ ਸਪੋਜ਼ ਚਲੋ 25 ਰੇਟ ਹੈ ਨਾ, ਜੇ 20 ਰੇਟ ਹੈ, ਕਿਸੇ ਨੂੰ 30 ਜਾਂ 35 ਮਿਲੇਗਾ, ਕੋਈ ਹੱਸ ਕੇ ਵੇਚ ਦੇਗਾ, ਇਹਦੇ 'ਚ ਕੋਈ ਉਹ ਦੋ ਪੱਖ ਨਹੀਂ ਹੈਗੇ। ਠੀਕ ਹੈ, ਇਮੋਸ਼ਨਸ ਵਗੈਰਾ ਇੱਕ ਪਾਸੇ ਹੁੰਦੀਆਂ, ਪਰ ਜਦ ਬੰਦੇ ਨੂੰ ਪੈਸਾ ਦਿਖਦਾ ਹੈ, ਅੱਜ ਵੀ ਮੈਂ ਕਹਿੰਦੀ ਹਾਂ ਕਿ ਜੇ ਕਿਤੇ 20 ਲੱਖ ਦਾ ਰੇਟ ਹੈ, ਮੈਂ ਉਹਨੂੰ ਕਹਿੰਦੀ ਹਾਂ ਮੈਂ ਤੈਨੂੰ 30 ਦੇਣੀ ਆ, ਉਹ ਹੱਸ ਕੇ ਵੇਚ ਦੇਗਾ ਕਿੱਲਾ। ਇਹ ਚੀਜ਼ਾਂ ਬਹੁਤ ਘੱਟ ਕੋਈ ਸੋਚੇਗਾ ਨਹੀਂ ਸੋਚੇਗਾ, ਪਰ ਜਦੋਂ ਸਰਕਾਰ ਦੀ ਐਕੁਜੀਸ਼ਨ ਹੁੰਦੀ ਹੈ ਉਦੋਂ ਬੰਦੇ ਦੀ ਐਕਸਪੈਕਟੇਸ਼ਨ ਹੋ ਜਾਂਦੀ ਹੈ ਹੁਣ ਮੈਂ 80 ਲਊਂਗਾ। ਉਹ ਚੀਜ਼ ਨਾ ਰੱਖੋ, ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕਿ ਉਹ ਚੀਜ਼ ਨਾ ਰੱਖੋ ਕਿ ਸਰਕਾਰ ਜੇ ਲੈ ਰਹੀ ਹੈ ਤਾਂ ਇਹਦਾ ਮਤਲਬ ਮੈਂ ਹੁਣ 80 ਜਾਂ 2 ਕਰੋੜ ਹੀ ਲਊਂਗਾ। ਜੋ ਮੈਕਸਿਮਮ ਤੁਹਾਨੂੰ ਮਾਰਕੀਟ 'ਚੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੋਂ ਵੱਧ ਹੀ ਤੁਹਾਨੂੰ ਮਿਲੇ, ਜਾਂ ਜੋ ਮੈਕਸਿਮਮ ਬੈਨੀਫਿਟ ਅਸੀਂ ਦੇ ਸਕਦੇ ਹਾਂ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਪਰ ਮੈਂ ਫਿਰ ਉਹੀ ਗੱਲ ਦੱਸ ਰਹੀ ਹਾਂ ਕਿ ਜਦ ਉਹ ਟੱਸਰ ਪੈ ਜਾਂਦੀ ਹੈ, ਹੁਣ ਇਸ ਤੋਂ ਪਹਿਲਾਂ ਜਿਹੜੇ ਇੱਥੇ ਐਕੁਜੀਸ਼ਨ ਹੋਈ ਹੈ, ਤੁਸੀਂ ਪਤਾ ਤੁਹਾਨੂੰ ਉੱਥੇ ਬਹੁਤ ਘੱਟ ਪੈਸੇ ਵੰਡੇ ਨੇ। ਠੀਕ ਹੈ ਜੀ, ਸਾਰੇ ਦੇ ਸਾਰੇ ਪੈਸੇ ਕੋਰਟ 'ਚ ਜਮ੍ਹਾਂ ਸੀਗੇ, ਹੁਣ ਵੀ ਉੱਥੋਂ ਕੇਸ ਚੱਲ ਰਹੇ ਨੇ, ਕਈਆਂ ਦੇ ਫੈਸਲੇ ਹੋ ਜਾਂਦੇ ਨੇ, ਉਹਦੇ ਅਕੋਰਡਿੰਗ ਅਸੀਂ ਚੈੱਕ ਦੇਈ ਜਾਂਦੇ, ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਠੀਕ ਹੈ, 5-6 ਸਾਲ ਦੀ ਜਿਹੜੀ ਲੜਾਈ ਤੋਂ ਬਾਅਦ ਜਾ ਕੇ ਜੇ ਬੰਦੇ ਨੂੰ ਉਨੀ ਦੇਰ ਉਹ ਹਰਾਸਮੈਂਟ ਹੁੰਦੀ ਰਹਿੰਦੀ ਹੈ। ਹੁਣ ਐਕਚੁਅਲੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਭ ਤੋਂ ਵੱਡੀ ਜਿਹੜੀ ਦੇਖੋ ਵੈਸੇ ਤਾਂ ਸਾਨੂੰ ਪਤਾ ਹੈ ਕਿ ਜੋ ਕਰਨਾ ਤੁਸੀਂ ਸਾਡੇ ਭਾਰੇ ਤੇ ਰੱਬ ਜੀ ਸਾਡੇ ਨਾਲ ਬੇਇਨਸਾਫੀ ਨਹੀਂ ਕਰਨ ਲੱਗੇ ਕਿ ਜਿਹੜੀ ਰਸਤੇ ਵਾਲੀ ਇੱਕ ਮੈਡਮ ਹੋਰ ਇੱਕ ਪਾਸੇ ਰਹਿ ਗਿਆ, ਉਹਦੇ 1-2 ਕਿੱਲੇ ਤੇ ਪਾਣੀ ਆ ਗਿਆ, ਜਿਹੜੇ ਦੂਸਰੇ ਪਾਸੇ ਕਿੱਲਾ 1.5-2 ਕਿੱਲੇ ਉਹਦੇ ਉਹਨੂੰ ਪੈਸੇ ਮਿਲਣਗੇ। ਦੇਖੋ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ, ਜਿਹੜੀ ਵੀ ਚੀਜ਼ ਕਿਸੇ ਦੀ ਜਾਂਦੀ ਹੈ ਉਸ ਤੋਂ ਇਸ ਐਕਟ ਦੇ ਵਿੱਚ ਹਰ ਚੀਜ਼ ਦੇ ਪੈਸੇ ਮਿਲਣਗੇ। ਇੱਕ ਰਸਤੇ ਦਾ ਜ਼ਰੂਰ ਪਲੀਜ਼ ਇਹ ਸਾਡੀ ਦੁਬਾਰੇ ਬੇਨਤੀ ਠੀਕ ਹੈ। ਹੈ, ਕੋਈ ਗੱਲ ਨਹੀਂ, ਉਹ ਆਲਰੇਡੀ ਮੈਂ ਭੇਜਿਆ ਹੋਇਆ, ਦੁਬਾਰਾ ਇੱਕ ਨੇ ਕੁਐਸਚਨ ਕਰਨਾ 25 ਲੱਖ ਤੇ ਜੜ ਪੱਤਾ ਕਿੰਨਾ ਨਹੀਂ ਮਿਲਦਾ, ਉਹਦਾ ਡਬਲ ਮੈਨੂੰ 50 ਲੱਖ ਮੰਗੇ ਜੀ ਇੱਧਰ ਦੀ ਇਹ ਕੁਐਸਚਨ ਵੀ ਕਰਨਾ। ਰੋਡ ਦੇ ਥੱਲੇ ਰਸਤਾ ਜਾ ਰਿਹਾ, ਪਰ ਜਾ ਉਹਨਾਂ ਲੋਕਾਂ ਨੂੰ ਰਿਹਾ ਜਿਨ੍ਹਾਂ ਦੀ ਰੋਡ ਤੇ ਜ਼ਮੀਨ ਵੀ ਨਹੀਂ ਆਈ। ਰਸਤਾ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ, ਰਸਤਾ ਤਾਂ ਨਾਲ ਕਿਨਾਂ ਨੂੰ 2 ਕਰਮ ਦਾ ਦੇਣਾ ਹੀ ਕੋਈ ਗੱਲ ਚਾਹੀਦਾ। ਨਹੀਂ, ਰਸਤੇ ਵਾਲਾ ਨਾਲੇ ਪੁਆਇੰਟ ਜਦੋਂ ਇਹ ਜਿਹੜੇ ਰਸਤੇ ਨੇ ਜ਼ਿਮੀਂਦਾਰਾਂ ਦੇ ਉਹ ਕਾਗਜ਼ਾਂ 'ਚ ਨਹੀਂ ਨਾ ਹੈਗੇ, ਉਹ ਆਪਣੇ ਛੱਡੇ ਹਾਂ ਜੀ, ਕਾਗੇ ਨਹੀਂ ਆਪਣੇ ਉਹ- ਸਰਵਿਸ ਰੋਡ ਤੋਂ ਬਿਨਾਂ ਤਾਂ ਹੱਲ ਨਹੀਂ ਮੈਡਮ ਹੋਣਾ। ਸਭ ਤੋਂ ਬਿਨਾ ਸਾਨੂੰ ਸਾਡੇ ਜੱਟਾਂ ਨੇ ਨਹੀਂ ਲੰਘਣ ਦੇਣਾ ਜੀ। ਜਿਹੜੇ ਤੁਸੀਂ ਸਟੇਟ ਹੁਣ ਛੱਡੇ ਹੁੰਦੇ ਆ ਉਹ ਤੁਸੀਂ ਆਪਣੀ ਜ਼ਮੀਨ 'ਚੋਂ ਹੀ ਛੱਡਦੇ ਹੋ, ਹਾਂਜੀ ਆਪਣੀ ਜ਼ਮੀਨ 'ਚੋਂ ਤੁਸੀਂ ਛੱਡਦੇ ਨਹੀਂ ਹੋ। ਮੈਡਮ ਆਪਣੀ ਮੈਡਮ ਕਹਿ ਰਹੇ ਨੇ ਜਿਹੜੇ ਸਰਕਾਰੀ ਰਸਤੇ ਨੇ ਨਾ ਜੀ, ਸਰਕਾਰੀ ਇਹ ਸਾਡੀ ਜ਼ਮੀਨਾਂ ਤੋਂ ਕੱਟੇ ਨਹੀਂ, ਉਹ ਵੀ ਸਾਡੀ ਜ਼ਮੀਨਾਂ ਤੋਂ ਕੱਟੇ ਹੋਏ। ਸਰਕਾਰੀ ਰਸਤਾ ਕੋਈ ਬੰਦ ਹੋ ਹੀ ਨਹੀਂ ਰਿਹਾ। ਉਹ ਤਾਂ ਉਹਦੇ ਨੇ ਜਿਹੜੇ ਆਪਣੇ ਉਹ ਪ੍ਰਾਈਵੇਟ ਪਹਿਲਾਂ ਦੇ ਕਲੀਅਰ ਕਰਤਾ ਤੁਹਾਨੂੰ ਕਿ ਸਰਕਾਰੀ ਰਸਤਾ ਕੋਈ ਬੰਦ ਨਹੀਂ ਹੋ ਰਿਹਾ, ਸਰਕਾਰੀ ਰਸਤਾ ਜਿੱਥੇ ਸੀ ਉਹ ਉੱਥੇ ਕਾਇਮ ਰਹੇਗਾ। ਉਸ ਦੇ ਬਾਹਰ ਬਾਅਦ ਬੰਦ ਹੋ ਰਿਹਾ ਮੈਡਮ, ਇਹੀ ਸਾਨੂੰ ਦੱਸ ਰਿਹਾ, ਸਾਡੀ ਜਿਹੜੀ ਸੜਕ ਹੈ ਨਾ ਆਪਣੇ ਰਸਤਾ ਬੰਦ ਹੋ ਰਿਹਾ। ਸਰਕਾਰੀ ਰਸਤੇ ਜਿਹੜੇ ਸੀਗੇ ਚੱਲ ਰਹੇ ਸੀ ਉਹ ਚੱਲ ਰਹੇ ਉਹ ਚੱਲ ਰਹੇ ਨੇ। ਉਹ ਬੰਦ ਨਹੀਂ ਹੋਣਗੇ। ਉਸ ਦੇ ਬਾਅਦ ਦੂਸਰੀ ਗੱਲ, ਜੇ ਕਿਸੇ